ਗੁਰੂ ਪਿਆਰੀ ਸਾਧ ਸੰਗਤ, ਆਓ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਦਾ ਸਿਮਰਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਦੇ ਚਰਨਾਂ ਦਾ ਦਾਸ ਸਿਵਲ ਇੰਜੀਨੀਅਰ ਸੁਖਚੈਨ ਸਿੰਘ ਲਾਇਲਪੁਰੀ ਆਪ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਆਪ ਜੀ ਨੇ ਮੇਰੇ ਵੱਲੋਂ ਕੁਝ ਮਹਾਨ ਸ਼ਖਸੀਅਤਾਂ ਦੇ ਜੀਵਨ ਉੱਪਰ ਪਾਈਆਂ ਗਈਆਂ ਖੋਜ ਭਰਪੂਰ ਵੀਡੀਓ ਨੂੰ ਬਹੁਤ ਮਾਣ ਸਤਿਕਾਰ ਬਖਸ਼ਿਆ ਹੈ। ਇਸ ਤੇ ਮੈਂ ਆਪ ਜੀ ਦਾ ਸਦਾ ਰਿਣੀ ਰਹਾਂਗਾ। ਆਪ ਜੀ ਨੇ ਇਹਨਾਂ ਵੀਡੀਓ ਨੂੰ ਸਤਿਕਾਰ ਤਾਂ ਦਿੱਤਾ ਹੀ ਹੈ, ਅਸਲ 'ਚ ਇਹ ਸਤਿਕਾਰ ਤਾਂ ਆਪ ਜੀ ਨੇ ਗੁਰੂ ਕੇ ਇਤਿਹਾਸ ਨੂੰ ਦਿੱਤਾ ਹੈ। ਮੈਂ ਤਾਂ ਇੱਕ ਨਾਚੀਜ਼ ਜ਼ਰੀਆ ਹਾਂ। ਇਸ ਦੇ ਨਾਲ ਨਾਲ ਆਪ ਜੀ ਨੇ ਕੁਝ ਹੋਰ ਮਹਾਨ ਸ਼ਖਸੀਅਤਾਂ, ਕੁਝ ਮਹਾਨ ਘਟਨਾਵਾਂ ਬਾਰੇ ਵੀ ਮੈਨੂੰ ਵੀਡੀਓ ਪਾਉਣ ਵਾਸਤੇ ਜੋ ਹੁਕਮ ਭੇਜਿਆ ਹੈ ਉਹ ਮੇਰੇ ਸਿਰ ਮੱਥੇ ਹੈ। ਮੈਂ ਇਸ ਤੋਂ ਪਹਿਲਾਂ ਕਿ ਅੱਜ ਦੇ ਪਰਾਕਰਮ ਨੂੰ ਸ਼ੁਰੂ ਕਰਾਂ, ਇੱਕ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਨੀ ਚਾਹੁੰਦਾ ਹਾਂ। ਉਹ ਇਹ ਹੈ ਕਿ ਜਿਸ ਤਰ੍ਹਾਂ ਪਹਿਲੀਆਂ ਵੀਡੀਓ ਨੂੰ ਆਪ ਜੀ ਨੇ ਸਬਸਕ੍ਰਾਈਬ ਕੀਤਾ ਹੈ ਔਰ ਆਪ ਦੇ ਤੋਂ ਅੱਗੇ ਤੋਂ ਫਿਰ ਹੋਰ ਅੱਗੇ ਆਪ ਜੀ ਨੇ ਇੱਕ ਵੱਡੀ ਸੇਵਾ ਨਿਭਾਈ ਹੈ ਕਿ ਇਹ ਵੀਡੀਓ ਨੂੰ ਅੱਗੇ ਤੋਰ ਕੇ ਜਿੱਥੋਂ ਤੱਕ ਵੀ ਆਪ ਪਹੁੰਚਾ ਸਕਦੇ ਸੀ, ਆਪ ਜੀ ਨੇ ਪਹੁੰਚਾਉਣ ਦਾ ਇੱਕ ਬੜਾ ਵੱਡਾ ਸਹਿਯੋਗ ਦਿੱਤਾ ਹੈ। ਕਿਉਂਕਿ ਅਸੀਂ ਇਸ ਵੀਡੀਓ ਰਾਹੀਂ ਸਿੱਖ ਇਤਿਹਾਸ ਦਾ ਜੋ ਪ੍ਰਚਾਰ ਹੈ ਉਹ ਵੱਧ ਤੋਂ ਵੱਧ ਨੌਜਵਾਨਾਂ ਦੇ ਵਿੱਚ ਪਹੁੰਚਾਉਣਾ ਚਾਹੁੰਦੇ ਹਾਂ। ਉਹਨਾਂ ਵੀਰਾਂ ਵਾਸਤੇ ਕੋਲ, ਜਿਨ੍ਹਾਂ ਵੀਰਾਂ ਦੇ ਕੋਲ ਵੱਡੀਆਂ ਕਿਤਾਬਾਂ ਲੈ ਕੇ ਖਰੀਦ ਕੇ ਪੜ੍ਹਨ ਦਾ ਸਮਾਂ ਨਹੀਂ ਹੈ, ਇਸ ਕਰਕੇ ਉਹਨਾਂ ਤੱਕ ਇਤਿਹਾਸ ਪਹੁੰਚਾਉਣਾ ਅਸੀਂ ਇੱਕ ਉਹਦੀ ਡਿਊਟੀ ਸਮਝਦੇ ਹਾਂ। ਜਿਹੜੀਆਂ ਕੌਮਾਂ ਇਤਿਹਾਸ ਤੋਂ ਪਛੜ ਜਾਂਦੀਆਂ ਨੇ ਉਹ ਦੁਨੀਆ ਦੀ ਦੌੜ ਵਿੱਚੋਂ ਪਿੱਛੇ ਰਹਿ ਜਾਇਆ ਕਰਦੀਆਂ ਨੇ। ਅੱਜ ਜੋ ਸਿੱਖ ਕੌਮ ਦੀ ਚੜ੍ਹਦੀ ਕਲਾ ਹੈ ਉਹ ਸਾਡੇ ਵੱਡ ਵਡੇਰਿਆਂ ਦੀ ਦੇਣ ਹੈ, ਜਿਨ੍ਹਾਂ ਨੇ ਗੁਰਦੁਆਰਿਆਂ ਦੇ ਵਿੱਚ ਸਮਾਗਮ ਕਰਾ ਕੇ ਢਾਡੀ ਰਾਗੀ ਪ੍ਰਚਾਰਕਾਂ ਨੂੰ ਬੁਲਾ ਕੇ ਸੰਗਤਾਂ ਨੂੰ ਬਾਰ ਸਿੱਖ ਇਤਿਹਾਸ ਤੋਂ ਜਾਣੂ ਕਰਾਇਆ ਹੈ। ਇਸ ਕਰਕੇ ਅੱਜ ਜਿੰਨਾ ਵੀ ਇਤਿਹਾਸ ਸਿੱਖ ਕੌਮ ਨੂੰ ਯਾਦ ਹੈ ਉਹ ਉਹਨਾਂ ਨੇ ਗੁਰੂ ਧਾਮਾਂ ਤੋਂ ਸੁਣਿਆ ਹੋਇਆ ਹੈ ਔਰ ਉਹ ਸਾਡੇ ਵੱਡ ਵਡੇਰੇ ਸਨ ਜਿਨ੍ਹਾਂ ਨੇ ਇਹ ਬਹੁਤ ਵੱਡੀ ਸੇਵਾ ਨਿਭਾਈ। ਲੇਕਿਨ ਹੁਣ ਜੋ ਯੁੱਗ ਆਇਆ ਹੈ ਉਹ ਇੰਟਰਨੈਟ ਦਾ ਯੁੱਗ ਹੈ। ਘਰੇ ਬੈਠੇ ਬਿਠਾਏ ਹੀ ਅਸੀਂ ਸਭ ਕੁਝ ਜਾਣਨ ਦੀ ਇਸ ਸ਼ਕਤੀ ਵਿੱਚ ਪਹੁੰਚ ਗਏ ਹਾਂ। ਸਫ਼ਰ ਕਰਦਿਆਂ ਹੋਇਆਂ ਕੰਨਾਂ ਨਾਲ ਮਾਈਕਰੋ ਫੋਨ ਲਾ ਕੇ ਅਸੀਂ ਜਾਂਦੇ ਨਾਲੇ ਸਫ਼ਰ ਮੁਕਾ ਲੈਂਦੇ ਹਾਂ, ਨਾਲੇ ਇਤਿਹਾਸ ਸੁਣ ਲੈਂਦੇ ਹਾਂ। ਤੋ ਇਹ ਵੱਡਮੁੱਲਾ ਇਤਿਹਾਸ ਹਰ ਸ਼ਖਸ ਕੋਲ, ਹਰ ਨੌਜਵਾਨ ਕੋਲ ਪਹੁੰਚੇ, ਇਹ ਦਾਸ ਦੀ ਇੱਛਾ ਹੈ। ਇਸ ਕਰਕੇ ਆਪ ਜੀ ਮੇਰੇ ਨਾਲ ਪੂਰਾ ਸਹਿਯੋਗ ਕਰ ਰਹੇ ਹੋ। ਮੈਂ ਫਿਰ ਇੱਕ ਵਾਰੀ ਬੇਨਤੀ ਕਰਾਂਗਾ ਕਿ ਆਪ ਹਰ ਵੀਡੀਓ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਸਾਡੀ ਹੌਸਲਾ ਅਫਸਾਈ ਹੋਵੇ ਤੇ ਅਸੀਂ ਹੋਰ ਵੀ ਆਪ ਜੀ ਦੀ ਵੱਡਮੁੱਲੀ ਸੇਵਾ ਕਮਾ ਸਕੀਏ। ਅੱਜ ਆਪਾਂ ਫਿਰ ਹਮੇਸ਼ਾ ਦੀ ਤਰ੍ਹਾਂ ਇੱਕ ਮਹਾਨ ਘਟਨਾ ਦਾ ਜ਼ਿਕਰ ਕਰਾਂਗੇ ਜਿਸ ਨੂੰ ਸਿੱਖ ਇਤਿਹਾਸ ਵਿੱਚ ਵਿਦਵਾਨਾਂ ਨੇ ਛੋਟਾ ਘੱਲੂਘਾਰਾ ਕਹਿ ਕੇ ਉਹਦਾ ਨਾਮ ਰੱਖਿਆ ਹੈ। ਨਾਮ ਤੇ ਛੋਟਾ ਘੱਲੂਘਾਰਾ ਹੈ ਕਿਉਂਕਿ ਇਸ ਤੋਂ ਵੱਡਾ ਘੱਲੂਘਾਰਾ ਜੋ ਵਾਪਰਿਆ ਉਹਦੇ ਵਿੱਚ ਸਿੱਖਾਂ ਦੀਆਂ ਸ਼ਹਾਦਤਾਂ ਦੀ ਗਿਣਤੀ ਭਾਵੇਂ ਜ਼ਿਆਦਾ ਹੈ, ਉਹ ਜ਼ਿਆਦਾ ਸ਼ਹਾਦਤਾਂ ਦੀ ਗਿਣਤੀ ਹੋਣ ਕਰਕੇ ਉਸ ਨੂੰ ਵੱਡਾ ਘੱਲੂਘਾਰੇ ਦਾ ਨਾਮ ਦਿੱਤਾ ਹੈ। ਲੇਕਿਨ ਜੋ ਤਸੀਹੇ
जो हौसला, जो जवानबंदी, जो जुरतबंदी तो सिखां ने कम खालसे ने छोटे घलूघारे च लिया है, ये एक अपनी मिसाल आप है। पंजाब दे सूबेदार खान बहादुर जकरिया खान दा 1745 ईस्वी ਨੂੰ इंतकाल होया। ਉਹ इस दुनिया तो रुखसत होया। उसकी मौत तो बाद उसका वड्डा पुत्र यहिया खान दिल्ली दे बादशाह दे वड्डे वजीर कमरुद्दीन मीर आतिश दी सहायता नाल लाहौर दा सूबेदार बन गया। खान बहादुर जकरिया खान दे 3 पुत्र सन। वड्डा यहिया खान नंबर 2 ते शाह नवाज खान नंबर 3 ते मीर बाकी। मीर बाकी एक संत सुभाव व्यक्ति सी। उसने वंड दा कोई भी रौला ना पाया। वो एक धार्मिक सुभाव दा सी ते वो मक्के वल हज करन तुर गया। शाह नवाज खान मुल्तान दा सूबेदार सी ते यहिया खान जिहड़ा उसने लाहौर दे किले उत्ते कब्जा कर लिया। इन्हां दा मामा कमरुद्दीन मीर आतिश दिल्ली दरबार विच बड़े रुतबे उत्ते तैनात सी। ਉਹ ਹੈਗਾ ਦੋਵਾਂ ਦਾ ਮਾਮਾ ਸੀ ਪਰ ਯਹੀਆ ਖਾਨ ਦਾ ਉਹ ਸਹੁਰਾ ਵੀ ਸੀ। ਉਸਨੇ ਮਦਦ ਕਰਕੇ ਯਹੀਆ ਖਾਨ ਨੂੰ ਪੰਜਾਬ ਦੀ ਸੂਬੇਦਾਰੀ ਦਵਾ ਦਿੱਤੀ। ਦੋ ਭਰਾਵਾਂ ਦੇ ਵਿੱਚ ਫੈਸਲਾ ਕਰਵਾ ਦਿੱਤਾ। ਸ਼ਾਹ ਨਵਾਜ਼ ਖਾਨ ਨੂੰ ਮੁਲਤਾਨ ਦੇ ਦਿੱਤਾ, ਯਹੀਆ ਖਾਨ ਨੂੰ ਲਾਹੌਰ ਦੇ ਦਿੱਤਾ। ਲੇਕਿਨ ਸ਼ਾਹ ਨਵਾਜ਼ ਖਾਨ ਮੁਲਤਾਨ ਲੈ ਕੇ ਖੁਸ਼ ਨਾ ਹੋਇਆ। ਉਹ ਕਿਸੇ ਸਮੇਂ ਦੀ ਭਾਲ ਵਿੱਚ ਰਹਿ ਉਡੀਕ ਕਰ ਰਿਹਾ ਸੀ ਕਿ ਕਦੋਂ ਮੌਕਾ ਬਣੇ ਤੇ ਮੈਂ ਲਾਹੌਰ ਦੇ ਕਿਲੇ ਉੱਤੇ ਕਾਬਜ਼ ਹੋ ਜਾਵਾਂ। ਇਸ ਡਰ ਤੋਂ ਯਹੀਆ ਖਾਨ ਨੇ ਲਾਹੌਰ ਦਰਬਾਰ ਦੇ ਉਹਨਾਂ ਸਾਰੇ ਅਹਿਲਕਾਰਾਂ ਨੂੰ ਜੋ ਉਹਦੇ ਬਾਪ ਦੇ ਵਫਾਦਾਰ ਸਨ, ਉਹਨਾਂ ਨੂੰ ਉਹਨਾਂ ਦੇ ਸਾਰੇ ਉਹੀ ਅਹੁਦਿਆਂ ਉੱਤੇ ਬਹਾਲ ਰੱਖਿਆ। ਭਾਵੇਂ ਉਹ ਹਿੰਦੂ ਸਨ, ਭਾਵੇਂ ਉਹ ਸਿੱਖ ਸਨ, ਭਾਵੇਂ ਉਹ ਮੁਸਲਮਾਨ ਸਨ। ਉਹ ਆਪਦੇ ਅਹੁਦਿਆਂ ਤੇ ਕੰਮ ਕਰਦੇ ਰਹੇ। ਯਹੀਆ ਖਾਨ ਨੇ ਉਹਨਾਂ ਨੂੰ ਛੇੜਿਆ ਨਹੀਂ ਕਿਉਂਕਿ ਉਹਦੇ ਸਿਰ ਤੇ ਉਹਦੇ ਭਰਾ ਦੀ ਤਲਵਾਰ ਲਟਕਦੀ ਸੀ। ਹਿੰਦੂ ਵਜ਼ੀਰ ਲਖਪਤ ਰਾਏ ਨੂੰ ਉਸਨੇ ਆਪਣਾ ਵੱਡਾ ਵਜ਼ੀਰ, ਆਪਣਾ ਦੀਵਾਨ, ਆਪਣਾ ਖਜ਼ਾਨਾ ਮੰਤਰੀ ਬਣਾਇਆ। ਇੱਕ ਲਾਹੌਰ ਸ਼ਹਿਰ ਦਾ ਕੋਤਵਾਲ ਸੀ ਸਰਦਾਰ ਸ਼ੁਬੇਗ ਸਿੰਘ ਸੰਧੂ। ਉਸਨੂੰ ਉਸਦੇ ਕੋਲ ਕੋਤਵਾਲੀ ਉਸੇ ਤਰ੍ਹਾਂ ਰਹਿਣ ਦਿੱਤੀ। ਲਖਪਤ ਰਾਏ ਨੇ ਆਪਦੇ ਭਰਾ ਜਸਪਤ ਰਾਏ ਨੂੰ ਏਮਨਾਬਾਦ ਦਾ ਫੌਜਦਾਰ ਲਗਵਾ ਦਿੱਤਾ। ਇਹ ਦੋਵੇਂ ਭਰਾ ਕਲਾਨੌਰ ਦੇ ਰਹਿਣ ਵਾਲੇ ਸਨ ਤੇ ਦੋਵੇਂ ਸਕੇ ਭਰਾ ਸਨ। ਲਖਪਤ ਦੇ ਛੋਟੀ ਉਮਰ 'ਚ ਬਾਪ ਦਾ ਸਾਇਆ ਸਿਰ ਤੋਂ ਚਲਿਆ ਗਿਆ। ਉਸਨੇ ਮਜ਼ਦੂਰੀ ਕਰਕੇ, ਉਸਨੇ ਘੁੰਗਣੀਆਂ ਵੇਚ ਕੇ ਘਰ ਦਾ ਗੁਜ਼ਾਰਾ ਚਲਾਇਆ। ਇਹਨਾਂ ਦਿਨਾਂ ਦੇ ਵਿੱਚ ਜ਼ਕਰੀਆ ਖਾਨ ਨੇ ਪੰਜਾਬ ਦੇ ਵਿੱਚ ਇੱਕ ਹੁਕਮ ਲਾਗੂ ਕੀਤਾ ਕਿ ਜਿਹੜਾ ਸਿੱਖ ਦਾ ਸਿਰ ਵੱਢ ਕੇ ਲਿਆਵੇ ਉਸਨੂੰ 40 ਰੁਪਈਏ, ਨਾ ਮਾਫ ਕਰਨਾ 80 ਰੁਪਈਏ ਮਿਲਣਗੇ। ਤੇ ਇਸਨੇ ਭੁੰਗਣੀਆਂ ਵੇਚਣ ਦਾ ਕੰਮ ਛੱਡ ਕੇ ਭਾਲ ਕੇ ਸਿੱਖਾਂ ਦੇ ਸਿਰ ਵੱਢਣੇ ਸ਼ੁਰੂ ਕੀਤੇ। ਤੇ ਇਹ ਏਡੀ ਕੁ ਵੱਡੀ ਇਸਲਾਮ ਦੀ ਸੇਵਾ ਕਰਦਾ ਕਰਦਾ ਲਾਹੌਰ ਦਾ ਸੂਬੇਦਾਰ
ਲਾਹੌਰ ਦੇ ਸੂਬੇਦਾਰ ਦਾ ਦੀਵਾਨ ਲਾਹੌਰ ਦੇ ਸੂਬੇਦਾਰ ਦਾ ਖਜ਼ਾਨਾ ਮੰਤਰੀ ਬਣ ਗਿਆ, ਸਰਕਾਰ ਦੀ ਨਜ਼ਰ ਚੜ ਗਿਆ। ਨਾਲ ਹੀ ਇਹਨੇ ਉਹਦੇ ਭਰਾ ਨੂੰ ਫੌਜੀ ਟ੍ਰੇਨਿੰਗ ਦਵਾ ਕੇ ਉਸਨੂੰ ਏਮਨਾਬਾਦ ਦਾ ਫੌਜਦਾਰ ਲਗਵਾ ਦਿੱਤਾ। ਅਸਲ ਵਿੱਚ ਏਮਨਾਬਾਦ ਸ਼ਹਿਰ ਦਾ ਨਾਮ, ਦੋ ਨਾਂ ਹੋਰ ਵੀ ਨੇ, ਲੇਕਿਨ ਇੱਕ ਗਾਉਣ ਵਾਲੀ ਦਾ ਨਾਮ ਏਮਨਾ ਸੀ। ਇੱਕ ਵਜ਼ੀਰ ਨੇ ਨਾਲ ਉਹਦੀ ਨੇੜਤਾ ਸੀ, ਉਸ ਵਜ਼ੀਰ ਨੇ ਉਸ ਸ਼ਹਿਰ ਦਾ ਨਾਮ ਬਦਲ ਕੇ ਉਸ ਏਮਨਾ ਦੇ ਨਾਮ ਉੱਤੇ ਏਮਨਾ ਆਬਾਦ ਸ਼ਹਿਰ ਦਾ ਨਾਮ ਰੱਖ ਦਿੱਤਾ। ਇਸ ਸ਼ਹਿਰ ਦਾ ਫੌਜਦਾਰ ਜਸਪਤ ਰਾਏ ਹੈ ਤੇ ਲਾਹੌਰ ਦਾ ਦੀਵਾਨ ਲਖਪਤ ਰਾਏ ਹੈ। ਇਹ ਦੋਵੇਂ ਭਰਾ ਯਹੀਆ ਖਾਨ ਦੀ ਕਮਾਂਡ ਥੱਲੇ, ਯਹੀਆ ਖਾਨ ਦੀ ਸੂਬੇਦਾਰੀ ਥੱਲੇ ਆਪਦਾ ਰਾਜ ਭਾਗ ਚਲਾਉਣ ਲੱਗੇ। ਹੁਣ ਲਖਪਤ ਰਾਏ ਇਹ ਚਾਹੁੰਦਾ ਹੈ ਕਿ ਸਰਦਾਰ ਸ਼ਬੇਗ ਸਿੰਘ ਸੰਧੂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਲਾਹੌਰ ਦੀ ਕੋਤਵਾਲੀ ਤੋਂ ਹਟਾ ਕੇ ਮੈਂ ਆਪਦੇ ਪੁੱਤਰ ਨਰਪਤ ਰਾਏ ਨੂੰ ਲਾਹੌਰ ਦਾ ਕੋਤਵਾਲ ਵੀ ਲਵਾ ਲਵਾਂ। ਲੇਕਿਨ ਸ਼ਬੇਗ ਸਿੰਘ ਸੰਧੂ ਜ਼ਕਰੀਆ ਖਾਨ ਦੇ ਜ਼ਮਾਨੇ ਤੋਂ ਲੈ ਕੇ ਲਾਹੌਰ ਦਰਬਾਰ ਦਾ ਇੱਕ ਬਹੁਤ ਫੇਥਫੁਲ ਵਫਾਦਾਰ ਵਜ਼ੀਰ ਸੀ। ਇਸ ਕਰਕੇ ਉਹਨੂੰ ਯਹੀਆ ਖਾਨ ਨੂੰ ਕਹਿ ਕੇ ਉਹਨੂੰ ਉਹਦੇ ਅਹੁਦੇ ਤੋਂ ਹਟਾਉਣਾ ਲਖਪਤ ਰਾਏ ਦੇ ਵੱਸ ਨਹੀਂ ਸੀ। ਲਖਪਤ ਰਾਏ ਕੁਝੀਆਂ ਚਾਲਾਂ ਤੇ ਆ ਗਿਆ। ਉਸਨੇ ਇੱਕ ਦਿਨ ਆਪਦੇ ਗੁੰਡਿਆਂ ਰਾਹੀਂ ਲਾਹੌਰ ਦੇ ਮੋਤੀ ਦਰਵਾਜ਼ੇ ਤੋਂ ਦਿੱਲੀ ਦਰਵਾਜ਼ੇ ਤੱਕ ਦਿਨ ਦਿਹਾੜੇ ਲੁੱਟ ਕਰਾ ਦਿੱਤੀ। ਉਹ ਲੁਟੇਰੇ ਸਿੰਘਾਂ ਦੇ ਭੇਸ ਵਿੱਚ ਆਏ ਤੇ ਇਸ ਇਲਾਕੇ ਨੂੰ ਲੁੱਟ ਪੁੱਟ ਕੇ ਉਹ ਨਿਕਲ ਗਏ। ਇਸ ਲੁੱਟ ਤੋਂ ਬਾਅਦ ਇੱਕ ਗੱਲ ਉਡਾ ਦਿੱਤੀ ਗਈ ਕਿ ਇਹ ਸਿੰਘ ਸ਼ਬੇਗ ਸਿੰਘ ਸੰਧੂ ਦੇ ਬਹੁਤ ਨੇੜਦੇ ਨੇ ਤੇ ਇਹਦੇ ਜ਼ਰੀਏ ਹੀ ਆ ਕੇ ਲਾਹੌਰ ਦਰਬਾਰ ਨੂੰ ਅੱਜ ਲੁੱਟ ਗਏ ਨੇ, ਕੱਲ ਨੂੰ ਖੋਰੇ ਕੀ ਕਰਨਗੇ। ਇਸ ਕਰਕੇ ਸ਼ਬੇਗ ਸਿੰਘ ਨੂੰ ਉਹਦੇ ਅਹੁਦੇ ਤੋਂ ਹਟਾ ਦੇਣਾ ਚਾਹੀਦਾ। ਇਹ ਇੱਕ ਕਸ਼ਮਕਸ਼ ਵੱਖਰੀ ਚੱਲਣੀ ਸ਼ੁਰੂ ਹੋਈ। ਦੂਸਰੇ ਪਾਸੇ ਜਿਹੜੇ ਸਿੰਘ ਦੇ ਭੇਸ ਵਿੱਚ ਲੁੱਟ ਕੇ ਲੈ ਗਏ ਸਨ, ਉਹਦੇ ਦੀ ਖਬਰਾਂ ਜਦੋਂ ਲਾਹੌਰ ਦੇ ਸੂਬੇਦਾਰ ਤੱਕ ਪਹੁੰਚੀਆਂ, ਉਹ ਦੁਕਾਨਦਾਰਾਂ ਨੂੰ ਲਖਪਤ ਰਾਏ ਨੇ ਸੂਬੇਦਾਰ ਦੇ ਪੇਸ਼ ਕੀਤਾ ਤੇ ਉਹਨਾਂ ਨੇ ਚੀਕ ਪੁਕਾਰ ਕਰਕੇ ਆਖਿਆ ਕਿ ਜਾਂਪਨਾ ਸਿੰਘਾਂ ਨੇ ਸਾਨੂੰ ਲੁੱਟ ਪੁੱਟ ਲਿਆ ਔਰ ਇਹ ਸਿੰਘ ਸ਼ਬੇਗ ਸਿੰਘ ਦੀ ਢਿੱਲ ਦਾ ਸਰ ਸਦਕਾ ਲਾਹੌਰ ਵਿੱਚ ਵੜੇ ਨੇ ਜਾਂ ਫਿਰ ਇਹਦੀ ਸ਼ਹਿ ਤੇ ਵੜੇ ਨੇ। ਉਹਦੇ ਬਾਰੇ ਸ਼ਬੇਗ ਸਿੰਘ ਵਾਲੇ ਪਾਸੇ ਨੂੰ ਜਾਣ ਦੀ ਸਾਨੂੰ ਲੋੜ ਨਹੀਂ। ਇਹ ਵੀਡੀਓ ਪਹਿਲਾਂ ਹੀ ਪਾਈ ਜਾ ਚੁੱਕੀ ਹੈ। ਇਹ ਆਪ ਸ਼ਬੇਗ ਸਿੰਘ ਦੀ ਜੀਵਨੀ ਦੀ ਜਿਹੜੀ ਵੀਡੀਓ ਹੈ ਉਹਦੇ ਵਿੱਚੋਂ ਆਪ ਜੀ ਨੂੰ ਇਹ ਮਟੀਰੀਅਲ ਪ੍ਰਾਪਤ ਹੋਏਗਾ। ਅੱਜ ਅਸੀਂ ਹੋਰ ਵਿਸ਼ੇ ਵੱਲ ਵਧਣਾ ਹੈ। ਯਹੀਆ ਖਾਨ ਨੇ ਦਰਬਾਰ ਲਾਇਆ ਤੇ ਉਹਨੇ ਭਰੇ ਦਰਬਾਰ 'ਚ ਬੜਾ ਗੁੱਸਾ ਕੀਤਾ ਕਿ ਮੇਰੇ ਰਾਜ ਭਾਗ ਦੇ ਪਹਿਲੇ ਸਾਲ ਵਿੱਚ ਹੀ ਏਡੀ ਵੱਡੀ ਲੁੱਟ ਹੋ ਜਾਏ ਲਾਹੌਰ ਦੀ ਤੇ ਮੇਰੀ ਸੂਬੇਦਾਰੀ ਕਾਹਦੀ ਰਹਿ ਗਈ ਜੇ ਲਾਹੌਰ ਦਿਨ ਦਿਹਾੜੇ ਲੁੱਟਿਆ ਗਿਆ। ਇਸ ਕਰਕੇ ਉਸਨੇ ਲਖਪਤ ਰਾਏ ਨੂੰ ਹੁਕਮ ਦਿੱਤਾ ਕਿ ਤੈਨੂੰ ਜਿੰਨੀ ਵੀ ਫੌਜ ਚਾਹੀਦੀ ਹੈ, ਜੋ ਅਸਲਾ ਬਰੂਦ ਚਾਹੀਦਾ ਉਹ ਲੈ ਜਾ ਤੇ ਸਿੰਘਾਂ ਨੂੰ ਲੱਭ ਕੇ ਪੰਜਾਬ 'ਚੋਂ ਉਹਨਾਂ ਦਾ ਖੋਰਾ ਖੋਜ ਮੁਕਾ ਦੇ। ਲਖਪਤ ਕੁਝ ਪਹਿਲਾਂ ਹੀ ਸਿੰਘਾਂ ਨਾਲ ਲੱਗਦਾ ਸੀ, ਇਸ ਕਰਕੇ ਉਹਨੂੰ ਚਾਅ ਚੜ ਗਿਆ। ਉਹ ਇੱਕ ਫੌਜ ਦਾ ਵੱਡਾ ਦਸਤਾ ਲੈ ਕੇ ਉਹਨੂੰ ਰਿਪੋਰਟ ਮਿਲੀ ਕਿ ਸਿੰਘ ਕਾਹਨੂੰਵਾਨ ਦੇ ਛੰਭ ਵਿੱਚ ਰਾਵੀ ਦੇ ਵਿੱਚ ਵੜੇ ਹੋਏ ਨੇ। ਉਹ ਉੱਥੇ ਹਮਲਾਵਰ ਹੋਇਆ। ਸਿੰਘ ਉੱਥੋਂ ਨਿਕਲੇ ਤੇ ਲਾਹੌਰ ਸ਼ਹਿਰ ਦੇ ਵਿੱਚੋਂ ਦੀ ਲੰਘ ਕੇ ਉਹ ਪਾਰ ਚਲੇ ਗਏ।
कुछ दिन बाद वो फिर इकट्ठे होए ते वो रावी के शब चो निकल के एमनाबाद साइड नूं चले गए। हुण एमनाबाद विखे लखपत राय दा छोटा भरा जसपत राय वो उत्थों दा फौजदार सी। लखपत राय ने एक तेज घोड़सवार नूं तोड़िया ते उहनूं कहा कि जाके जसपत नूं कह कि बड़ा सुनहरी मौका है, हुण इधरों असीं सिख भजाए ने ते तेरे एमनाबाद वल आ गए ने, जिन्ने सिखां दा कतल कर लेगा उन्ने रुतबे तैनूं बहाल हो जाणगे। ये खबर सुन के जसपत राय ਸਿੰਘਾਂ ਦਾ शिकारी बन बैठा। ਸਿੰਘ गुरु नानक साहब दी पवित्र चरण छोह गुरुद्वारा रोड़ी साहब विखे पहुंचे। उत्थे जाके उन्होंने गुरुद्वारा साहब चो बर्तन लए, रस्ते विचों कितों चावल लैके गए सन, कईयां दिनां दे भुखे सन। उन्होंने खूह ਦੀਆਂ ਟਿੰਡਾਂ ਲਾ के उत्थे अग बाली ते उन्हां दे उत्ते चावल बनाने शुरू कर दिते। इन्हें नूं जसपत राय एक बड़ी फौज लेके आ गया। उसने कहा कि चले जाओ इत्थों। ਸਿੰਘਾਂ ने आख्या जसपत असीं 3-4 दिनां तो भुखे हाँ, आ चौल धरे ने, ਇਹ ਚੌਲ ਬਣ ਜਾਣਗੇ, ਇਹ ਚੌਲਾਂ ਨਾਲ ਢਿੱਡ ਭਰ ਕੇ ਅਸੀਂ ਇੱਥੋਂ ਚਲੇ ਜਾਵਾਂਗੇ। ਤੇਰੇ ਇਲਾਕੇ ਦਾ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਅਸੀਂ ਤੇਰੇ ਤੇ ਹਿੰਦੂ ਜਾਣ ਕੇ ਕੋਈ ਵੀ ਤੇਰੇ ਤੇ ਹਥਿਆਰ ਨਹੀਂ ਚੁੱਕਾਂਗੇ। ਪਰ ਜਸਪਤ ਰਾਏ ਇਹ ਗੱਲ ਨਾ ਮੰਨਿਆ। ਉਹ ਇੱਕ ਵੱਡੀ ਫੌਜ ਲੈ ਕੇ ਆਇਆ ਤੇ ਅਜੇ ਲੰਗਰ ਤਿਆਰ ਹੋ ਰਿਹਾ ਸੀ। ਲੰਗਰ ਤਿਆਰ ਹੋ ਗਿਆ ਸੀ ਤੇ ਪੰਗਤਾਂ ਪਾ ਕੇ ਹੱਥਾਂ ਤੇ ਪ੍ਰਸ਼ਾਦੇ ਰੱਖੇ ਸਨ ਤੇ ਪਤਾ ਲੱਗਿਆ ਹੈ ਕਿ ਜਸਪਤ ਰਾਏ ਆਣ ਚੜਿਆ। ਲੰਘਦੀਆਂ ਨੇ ਸਿੰਘਾਂ ਨੂੰ ਆਖਿਆ ਕਿ ਹੁਣ ਤੁਸੀਂ ਵੇਖਣਾ ਹੈ ਕਿ ਤੁਸੀਂ ਇੱਥੇ ਲੜਨ ਆਏ ਹੋ ਕਿ ਇੱਥੇ ਪ੍ਰਸ਼ਾਦੇ ਛਕਣ ਆਏ ਹੋ। ਦੇਗ ਦੇ ਸਿਧਾਂਤ ਦੇ ਮੁਤਾਬਕ ਸਭ ਤੋਂ ਪਹਿਲਾਂ ਤੇਗ ਹੈ, ਉਸ ਤੋਂ ਬਾਅਦ ਦੇਗ ਹੈ। ਸਿੰਘਾਂ ਨੇ ਬੜਾ ਯਤਨ ਕੀਤਾ ਜਸਪਤ ਰਾਏ ਨਾਲ ਸਮਝੌਤਾ ਕਰਨ ਲਈ, ਪਰ ਹੋਣੀ ਨੂੰ ਕੁਝ ਹੋਰ ਹੀ ਮਜਬੂਰ ਸੀ। ਉਹ ਨਾ ਮੰਨਿਆ ਤੇ ਮਜਬੂਰ ਹੋ ਕੇ ਜਿਹੜਾ ਹੈ ਸਿੰਘਾਂ ਨੂੰ ਤਲਵਾਰ ਉਠਾਉਣੀ ਪਈ। ਸਿੰਘਾਂ ਨੇ ਫਿਰ ਜਸਪਤ ਦੀ ਫੌਜ ਦੇ ਆਹੂ ਲਾ ਦਿੱਤੇ। ਪੂਰੇ ਜੋਸ਼ ਵਿੱਚ ਆਇਆ ਖਾਲਸਾ ਇੱਕ ਦਾ 4 ਹੋ ਕੇ ਨਿਭਿਆ। ਬਹੁਤ ਵੱਡਾ ਕਤਲੇਆਮ ਕਤਲੋਗਾਰਦ ਹੋਇਆ, ਜਿਸ ਵਿੱਚ ਬਹੁਤ ਸਾਰੇ ਦੁਸ਼ਮਣ ਦੇ ਜਸਪਤ ਰਾਏ ਦੇ ਜਿਹੜੇ ਸਿਪਾਹੀ ਉਹ ਮਾਰੇ ਗਏ। ਗੁੱਸੇ ਵਿੱਚ ਆ ਕੇ ਜਸਪਤ ਰਾਏ ਇੱਕ ਵੱਡੇ ਹਾਥੀ ਦੇ ਉੱਤੇ ਚੜ੍ਹ ਕੇ ਆਪ ਫੌਜਾਂ ਦੇ ਵਿੱਚ ਆਇਆ। ਹੱਲਾਸ਼ੇਰੀਆਂ ਦੇ ਕੇ ਫੌਜ ਨੂੰ ਸਿੰਘਾਂ ਦੇ ਉੱਤੇ ਹਮਲਾਵਰ ਕਰ। ਜਸਪਤ ਆਏ ਨੂੰ ਵੇਖ ਕੇ ਸਿੱਖ ਜਥੇਦਾਰਾਂ ਨੇ ਇੱਕ ਵਾਰੀ ਫੇਰ ਆਖਿਆ, ਜਸਪਤ ਬਹੁਤ ਖੂਨ ਖਰਾਬਾ ਹੋ ਚੁੱਕਾ ਹੈ, ਜਾ ਵਾਪਸ ਮੁੜ ਜਾ। ਅਸੀਂ ਏਮਨਾਬਾਦ ਛੱਡ ਕੇ ਏਡੀ ਦੂਰ ਬੱਦੋ ਕੀ ਕਸਾਈਆਂ ਦੀ ਝਿੜੀ ਤੱਕ ਪਹੁੰਚ ਗਏ ਹਾਂ। ਹੁਣ ਤੈਨੂੰ ਵਾਪਸ ਪਰਤ ਜਾਣਾ ਚਾਹੀਦਾ ਹੈ। ਬਹੁਤ ਕਤਲੋਗਾਰਦ ਹੋ ਚੁੱਕਾ ਹੈ। ਅਸੀਂ ਨਹੀਂ ਚਾਹੁੰਦੇ ਕਿ ਤੂੰ ਹਿੰਦੂ ਹੈ, ਤੇਰੇ ਉੱਤੇ ਹਥਿਆਰ ਚਲਾਇਆ ਜਾਏ। ਇਸ ਕਰਕੇ ਜੋ ਕੁਛ ਵੀ ਹੋਇਆ ਤੂੰ ਚਲਾ ਜਾ, ਖਾਲਸਾ ਤੈਨੂੰ ਮਾਫ ਕਰਦਾ ਹੈ, ਜਾ ਤੇ ਇੱਥੇ ਹੀ ਆਪਾਂ ਜੰਗ ਖਤਮ ਕਰੀਏ। ਲੇਕਿਨ ਹਕੂਮਤ ਦੇ ਨਸ਼ੇ ਵਿੱਚ ਆਏ ਹੋਏ ਫੌਜਦਾਰ ਜਸਪਤ ਰਾਏ ਔਰ ਲਾਹੌਰ ਦੇ ਸੂਬੇਦਾਰ ਦੇ ਦੀਵਾਨ ਦੇ ਭਰਾ ਹੋਣ ਕਰਕੇ ਉਹਦੇ ਦਿਮਾਗ ਤੇ ਇੱਕ ਏਡਾ ਤਗੜਾ ਫਤੂਰ ਸੀ। ਔਰ ਦੂਸਰੇ ਪਾਸੇ ਉਹ ਦੋਵੇਂ ਭਰਾ ਬਚਪਨ ਤੋਂ ਲੈ ਕੇ ਸਿੱਖਾਂ ਦੇ ਸਿਰ ਵੱਧ ਕੇ ਇਨਾਮ ਲੈ ਕੇ ਇਸ ਰੁਤਬਿਆਂ ਤੇ ਪਹੁੰਚੇ ਹੋਏ ਸਨ। ਉਹ ਸਿੱਖਾਂ ਦੇ ਸਿਰ ਕਲਮ ਕਰਨ ਦੇ ਆਦੀ ਸਨ। ਉਸ ਵਾਸਤੇ ਇੱਕ ਬੜਾ ਵੱਡਾ ਮੌਕਾ ਸੀ, ਕਿਉਂਕਿ ਲਖਪਤ ਰਾਏ ਵੱਲੋਂ ਭੇਜੇ ਗਏ ਸੁਨੇਹਾ ਮੁਤਾਬਕ
ਉਸਨੂੰ ਇਹ ਕੰਨ 'ਚ ਪਾਇਆ ਗਿਆ ਸੀ ਕਿ ਸਿੰਘਾਂ ਨੂੰ ਕਤਲੋ ਗਾਰਦ ਕਰਨ ਨਾਲ ਤੈਨੂੰ ਹੋਰ ਰੁਤਬੇ ਬਹਾਲ ਕੀਤੇ ਜਾਣਗੇ। ਉਹ ਆਉਦੇ ਉਹਨਾਂ ਰੁਤਬਿਆਂ ਦੇ ਲਾਲਚ ਵਿੱਚ ਸਿੱਖਾਂ ਨੂੰ ਕਿਵੇਂ ਜਾਣ ਦਿੰਦਾ। ਬੜੇ ਰੋਹ ਭਰੇ ਲਫ਼ਜ਼ਾਂ ਵਿੱਚ ਉਸਨੇ ਆਖਿਆ, ਹੱਥ ਆਏ ਸ਼ਿਕਾਰ ਨੂੰ ਭਲਾ ਕੋਈ ਸ਼ਿਕਾਰੀ ਜਾਣ ਦਿੰਦਾ ਹੈ? ਜੇ ਇੱਥੋਂ ਸ਼ਿਕਾਰ ਨਿਕਲ ਜਾਏ ਤੇ ਫਿਰ ਸ਼ਿਕਾਰੀ ਵਾਸਤੇ ਲਾਹਨਤ ਹੁੰਦੀ ਹੈ। ਇਸ ਕਰਕੇ ਭੁੱਲ ਜਾਓ ਕਿ ਤੁਸੀਂ ਕੋਈ ਜਿੰਦਾ ਬਚੋਗੇ। ਮੈਂ ਇੱਕ ਇੱਕ ਦਾ ਸਿਰ ਗੱਡਿਆਂ ਤੇ ਲੱਦ ਕੇ ਨਵਾਬ ਯਹੀਆ ਖਾਨ ਦੇ ਸਾਹਮਣੇ ਢੇਰ ਕਰਾਂਗਾ। ਇਹ ਸੁਣ ਕੇ ਸਿੰਘ ਫਿਰ ਭੜਕ ਉੱਠੇ। ਗੁੱਸੇ ਦੇ ਰੋਹ ਵਿੱਚ ਲਾਲ ਹੋਇਆ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਰਾਮਗੜੀਆ ਸਿੰਘ ਉਸਨੇ ਆਪਦੇ ਗਲਵਈ ਆਪਣੇ ਸ਼ਾਗਿਰਦ ਨੌਜਵਾਨ ਲੜਕੇ ਨਬਾਊ ਸਿੰਘ ਨੂੰ ਕਿਹਾ, ਨੌਜਵਾਨਾਂ ਕਰ ਕਲਗੀਆਂ ਵਾਲੇ ਨੂੰ ਯਾਦ ਤੇ ਹਾਥੀ ਉੱਤੇ ਚੜ੍ਹ ਕੇ ਇਸ ਪਾਪੀ ਨੂੰ ਕੀਤੇ ਦੀ ਸਜ਼ਾ ਦੇ। ਸਰਦਾਰ ਨਬਾਊ ਸਿੰਘ ਚੜ੍ਹਦੀ ਜਵਾਨੀ ਉਸਨੇ ਕਿਰਪਾਨ ਲਈ ਦੰਦਾਂ ਵਿੱਚ ਅੱਖ ਦੇ ਫੁਲਕਾਰੇ ਨਾਲ ਹਾਥੀ ਦੀ ਪੂਛ ਫੜ ਕੇ ਉਹ ਹਾਥੀ ਦੀਆਂ ਲੱਤਾਂ ਤੇ ਪੈਰ ਧਰ ਕੇ ਮਾਰ ਕੇ ਹੰਭਲਾ ਹਾਥੀ ਦੇ ਉੱਪਰ ਜਾ ਚੜਿਆ ਤੇ ਜਾਂਦੀ ਸਾਰ ਉਸਨੇ ਬਿਜਲੀ ਦੀ ਤੇਜ਼ੀ ਵਾਂਗ ਕੀਤਾ ਤਲਵਾਰ ਦਾ ਇੱਕ ਭਰਵਾਂ ਵਾਰ ਤੇ ਜਸਪਤ ਰਾਏ ਦਾ ਸਿਰ ਵੱਢ ਕੇ ਜ਼ਮੀਨ ਤੇ ਸੁੱਟ ਦਿੱਤਾ। ਜਰਨੈਲ ਦੇ ਮਾਰੇ ਜਾਣ ਤੋਂ ਬਾਅਦ ਜਸਪਤ ਰਾਏ ਦੀਆਂ ਫੌਜਾਂ ਤੇ ਲਾਗਲੇ ਇਲਾਕੇ ਵਿੱਚੋਂ ਇਕੱਠੀਆਂ ਕੀਤੀਆਂ ਗਈਆਂ ਚੌਧਰਵੀਆਂ ਦੀਆਂ ਮੰਗਵੀਆਂ ਫੌਜਾਂ ਵਿੱਚ ਭਗਦੌੜ ਮਚ ਗਈ। ਜਿੱਧਰ ਦਾ ਕਿਸੇ ਨੂੰ ਮੂੰਹ ਆਇਆ ਫੌਜ ਨੇ ਭਜਣਾ ਮੁਨਾਸਬ ਸਮਝਿਆ। ਜਸਪਤ ਰਾਏ ਦੇ ਜਿਹੜੇ ਅੰਗਰਕਸ਼ਕ ਸੀ ਉਹਨਾਂ ਨੇ ਹਾਥੀ ਭਜਾਇਆ। ਹਾਥੀ ਉੱਤੇ ਜਸਪਤ ਰਾਏ ਦੀ ਲਾਸ਼ ਪਈ ਸੀ। ਹਾਥੀ ਨੂੰ ਭਜਾ ਕੇ ਲਿਜਾਣ ਵਿੱਚ ਉਹ ਕਾਮਯਾਬ ਹੋ ਗਏ, ਲੇਕਿਨ ਜਸਪਤ ਰਾਏ ਦਾ ਸਿਰ ਪਾਪੀ ਦਾ ਸਿੰਘਾਂ ਦੇ ਹੱਥ ਆਇਆ। ਇਸ ਮੈਦਾਨ ਵਿੱਚ ਜਸਪਤ ਰਾਏ ਮਾਰਿਆ ਗਿਆ ਔਰ ਉਸਦੀ ਫੌਜ ਸਿਰ ਤੇ ਪੈਰ ਰੱਖ ਕੇ ਭੱਜ ਗਈ। ਗੁਰੂ ਕੇ ਖਾਲਸੇ ਦੀ ਜਿੱਤ ਹੋਈ ਤੇ ਗੁਰੂ ਕੇ ਖਾਲਸੇ ਨੇ ਆਪਦੇ ਪਰਮਾਤਮਾ ਨੂੰ ਯਾਦ ਕੀਤਾ। ਉਸਨੇ ਅਕਾਲ ਪੁਰਖ ਅੱਗੇ ਅਰਦਾਸ ਗੁਜ਼ਾਰੀ ਤੇ ਅਰਦਾਸ ਦੇ ਇਹ ਲਫ਼ਜ਼ ਸਨ ਕਿ ਹੇ ਸੱਚੇ ਪਾਤਸ਼ਾਹ, ਕਈਆਂ ਦਿਨਾਂ ਤੋਂ ਭੁੱਖਿਆਂ ਸਿੰਘਾਂ ਵਿੱਚ ਤੂੰ ਆਪ ਕਲਾ ਵਰਤਾਈ ਹੈ ਤੇ ਏਡੀ ਵੱਡੀ ਸ਼ਾਹੀ ਫੌਜ ਨੂੰ ਤੂੰ ਆਪ ਭਜਾਇਆ ਹੈ। ਅਸੀਂ ਤਾਂ ਇੱਕ ਜ਼ਰੀਆ ਬਣੇ ਹਾਂ। ਤੇਰਾ ਕੋਟ ਕੋਟ ਧੰਨਵਾਦ ਹੈ, ਤੇਰਾ ਸ਼ੁਕਰਾਨਾ ਹੈ। ਖਾਲਸੇ ਦੀ ਇੱਜ਼ਤ ਦਾ ਰਾਖਾ ਤੂੰ ਆਪ ਖੁਦ ਹੈ। ਜਸਪਤ ਰਾਏ ਦੀ ਲਾਸ਼ ਜਦੋਂ ਗਈ, ਉਸਦੇ ਸੰਸਕਾਰ ਦੀ ਤਿਆਰੀ ਹੋਈ। ਜਸਪਤ ਰਾਏ ਦਾ ਧਾਰਮਿਕ ਗੁਰੂ ਗੋਸਾਈ ਜਗਤ ਭਗਤ ਰਾਏ, ਜੋ ਜਸਪਤ ਤੇ ਲਖਪਤ ਰਾਏ ਦਾ ਧਾਰਮਿਕ ਗੁਰੂ ਸੀ, ਬਚਪਨ ਵਿੱਚੋਂ ਤੋਂ ਲੈ ਕੇ ਹੁਣ ਤੱਕ ਉਹ ਇਸ ਦੇ ਅੱਗੇ ਨਮਸਕਾਰ ਕਰਦੇ ਰਹੇ ਸਨ। ਕੋਈ ਵੀ ਜਦੋਂ ਅੱਗੇ ਨਾ ਵਧਿਆ ਤਾਂ ਗੋਸਾਈ ਜਗਤ ਭਗਤ ਰਾਏ ਨੇ ਅੱਗੇ ਵੱਧ ਕੇ ਸਿੰਘਾਂ ਕੋਲ ਆਣ ਕੇ ਫਰਿਆਦ ਕੀਤੀ ਕਿ ਹਿੰਦੂ ਧਰਮ ਦੇ ਮੁਤਾਬਕ ਧੜ ਸਿਰ ਤੋਂ ਬਗੈਰ ਸੰਸਕਾਰ ਨਹੀਂ ਕੀਤਾ ਜਾ ਸਕਦਾ। ਮੈਂ ਜਸਪਤ ਰਾਏ ਦੀ ਕੀਤੀ ਗਲਤੀ ਦੀ ਮਾਫ਼ੀ ਮੰਗਦਾ ਹਾਂ ਤੇ ਖਾਲਸੇ ਨੂੰ 500 ਰੁਪਈਆ ਜੁਰਮਾਨਾ ਭੇਟ ਕਰਦਾ ਹਾਂ। 500 ਰੁਪਈਆ ਭੇਟ ਕਰਕੇ ਉਸਨੇ ਸਿੰਘਾਂ ਕੋਲੋਂ ਜਸਪਤ ਰਾਏ ਦਾ ਸੀਸ ਵਾਪਸ ਲੈ ਲਿਆ ਔਰ ਜਸਪਤ ਰਾਏ ਦਾ ਉੱਥੇ ਸੰਸਕਾਰ ਕੀਤਾ ਗਿਆ। ਉਸੇ ਜਗ੍ਹਾ ਦੇ ਉੱਤੇ ਜਸਪਤ ਰਾਏ ਦੇ ਨਾਮ ਤੇ ਬਾਅਦ ਵਿੱਚ ਪਹੁੰਚ ਕੇ ਲਖਪਤ ਰਾਏ ਨੇ ਸਮਾਧ ਬਣਾਈ, ਜੋ ਅਜੇ ਤੱਕ ਮੌਜੂਦ ਹੈ। ਜਸਪਤ ਰਾਏ ਦੇ ਮਾਰੇ ਜਾਣ ਦੀ ਖਬਰ ਜੰਗਲ ਦੀ ਅੱਗ ਵਾਂਗ ਪੂਰੇ ਲਾਹੌਰ ਤੱਕ ਫੈਲ ਗਈ। ਲਾਹੌਰ ਦੇ ਕਿਲੇ ਵਿੱਚ ਬੈਠੇ ਲਖਪਤ ਰਾਏ ਨੂੰ ਜਦੋਂ ਇਹ ਪਤਾ ਲੱਗਾ ਕਿ ਭਰਾ ਮਾਰਿਆ ਗਿਆ ਹੈ, ਉਸਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਉਸਦੀਆਂ ਅੱਖਾਂ ਵਿੱਚ ਖੂਨ ਉਤਰ ਆਇਆ।
ਉਸਦੇ ਹੋਸ਼ ਉੱਡ ਗਏ। ਬਚਪਨ ਵਿੱਚ ਜੇ ਛੋਟੇ ਸਨ ਤੇ ਬਾਪ ਦਾ ਸਾਇਆ ਸਿਰ ਤੋਂ ਚਲਾ ਗਿਆ। ਲਖਪਤ ਰਾਏ ਵੱਡਾ ਸੀ। ਲਖਪਤ ਰਾਏ ਨੇ ਮਜ਼ਦੂਰੀ ਕਰਕੇ ਘੁੰਗਣੀਆਂ ਵੇਚ ਕੇ ਆਪਦੇ ਭਰਾ ਨੂੰ ਪਾਲਿਆ ਸੀ। ਜਸਪਤ ਰਾਏ ਲਖਪਤ ਰਾਏ ਦੀ ਜਾਨ ਸੀ। ਦੋਵਾਂ ਦਾ ਆਪਸ ਵਿੱਚ ਬਹੁਤ ਅਥਾਹ ਪਿਆਰ ਸੀ। ਉਸਦੀ ਮੌਤ ਦੀ ਖਬਰ ਸੁਣ ਕੇ ਜਸਪਤ ਰਾਏ ਇੱਕ ਵਾਰੀ ਹੋਸ਼ੋ ਹਵਾਸ਼ ਖੋ ਬੈਠਾ। ਉਹ ਇਹ ਸੋਚ ਵੀ ਨਹੀਂ ਸਕਦਾ ਸੀ ਕਿ ਕਦੀ ਜਸਪਤ ਮਾਰਿਆ ਜਾਏਗਾ, ਕਿਉਂਕਿ ਉਸਨੂੰ ਬਹੁਤ ਵੱਡੀਆਂ ਜੰਗੀ ਟ੍ਰੇਨਿੰਗਾਂ ਦਵਾ ਚੁੱਕਿਆ ਸੀ। ਲੇਕਿਨ ਮੌਤ ਸਭ ਦਰਵਾਜ਼ੇ ਭੰਨ ਕੇ ਆ ਵੜਦੀ ਹੈ। ਅੱਜ ਪਤਾ ਲੱਗਾ ਲਖੂ ਨੂੰ, ਜੋ ਲੋਕਾਂ ਰੋਜ਼ ਬਦੋਸ਼ੀਆਂ ਦੇ ਕਤਲ ਕਰਾਉਂਦਾ ਸੀ। ਅੱਜ ਉਹਨੂੰ ਪਤਾ ਲੱਗਾ ਜਦੋਂ ਉਹਦੇ ਆਪਦੇ ਵਿਹੜੇ ਵਿੱਚ ਮੌਤ ਵੜੀ ਤੇ ਪਤਾ ਲੱਗਾ ਕਿ ਮੌਤ ਕੀ ਹੁੰਦੀ। ਤੜਫ ਉੱਠਿਆ। ਛੇਤੀ ਨਾਲ ਆਪਦਾ ਛੋਟਾ ਜਿਹਾ ਲਸ਼ਕਰ ਨਾਲ ਲੈ ਕੇ ਬੱਦੋ ਕੀ ਕਸਾਈਆਂ ਦੀ ਝਿੜੀ ਪਹੁੰਚਿਆ। ਇਹ ਛੋਟਾ ਜਿਹਾ ਇੱਕ ਜੰਗਲ ਸੀ ਜਿਹਦੇ ਵਿੱਚ ਖਾਲਸੇ ਵਿੱਚ ਵੜਨਾ ਚਾਹੁੰਦੇ ਸਨ ਤੇ ਜਸਪਤ ਰਾਏ ਉਹਨਾਂ ਨੂੰ ਘੇਰ ਕੇ ਉੱਥੇ ਸਾਰਿਆਂ ਦਾ ਕਤਲ ਕਰਨਾ ਚਾਹੁੰਦਾ ਸੀ, ਲੇਕਿਨ ਆਪ ਹੀ ਮਾਰਿਆ ਗਿਆ। ਇਹ ਉੱਥੇ ਪਹੁੰਚਿਆ। ਭਰਾ ਦੀਆਂ ਆਖਰੀ ਰਸਮਾਂ ਪੂਰੀਆਂ ਕਰ ਲੈਣ ਤੋਂ ਬਾਅਦ ਇਹ ਫਿਰ ਦੁਬਾਰਾ ਲਾਹੌਰ ਪਰਤਿਆ। ਜਿਸ ਦਿਨ ਦਰਬਾਰ ਲੱਗਾ ਉਸ ਦਿਨ ਲਖਪਤ ਰਾਏ ਭਰੇ ਦਰਬਾਰ ਵਿੱਚ ਪਹੁੰਚਿਆ। ਇਸ ਤੋਂ ਪਹਿਲਾਂ ਕਿ ਨਵਾਬ ਉਸਦੇ ਸਾਰੇ ਅਹਿਲਕਾਰ ਲਖਪਤ ਰਾਏ ਨਾਲ ਉਸਦੇ ਮਾਰੇ ਗਏ ਭਰਾ ਦਾ ਅਫਸੋਸ ਕਰਦੇ, ਉਹ ਸਭ ਤੋਂ ਪਹਿਲਾਂ ਬੋਲਿਆ ਤੇ ਉਸਨੇ ਆਪਦੇ ਸਿਰ ਤੋਂ ਵਜ਼ੀਰੀ ਵਾਲੀ ਪੱਗ ਉਤਾਰ ਕੇ ਨਵਾਬ ਜ਼ਹੀਆ ਖਾਨ ਦੇ ਕਦਮਾਂ ਤੇ ਰੱਖ ਦਿੱਤੀ। ਪੂਰੇ ਦਾ ਪੂਰਾ ਦਰਬਾਰ ਹੈਰਾਨ ਹੋ ਗਿਆ, ਖਾਮੋਸ਼ੀ, ਹੈਰਾਨ ਹੋ ਗਿਆ, ਕਿਉਂਕਿ ਮੁਗਲ ਸਾਮਰਾਜ ਦੇ ਵਿੱਚ ਅਹਿਲਕਾਰਾਂ ਦੀਆਂ ਵੱਖ-ਵੱਖ ਕਿਸਮ ਦੀਆਂ ਵਰਦੀਆਂ ਹੋਇਆ ਕਰਦੀਆਂ ਸਨ। ਇਸ ਤਰ੍ਹਾਂ ਇੱਕ ਵਰਦੀ, ਇੱਕ ਡਰੈਸ ਵਜ਼ੀਰ ਦਾ ਸਪੈਸ਼ਲ ਹੁੰਦਾ ਸੀ, ਕਿਉਂਕਿ ਸੂਬੇਦਾਰ ਤੋਂ ਬਾਅਦ ਵਜ਼ੀਰ ਕੋਲ ਪਾਵਰ ਹੁੰਦੀ ਸੀ ਤੇ ਵਜ਼ੀਰ ਵੀ ਇੱਕ ਕਿਸਮ ਦਾ ਸੂਬੇਦਾਰ ਹੀ ਹੋਇਆ ਕਰਦਾ ਸੀ। ਭਰੇ ਰੋਹ ਵਿੱਚ ਲਖਪਤ ਰਾਏ ਨੇ ਆਖਿਆ, ਨਵਾਬ ਸਾਹਿਬ, ਗੁਸਤਾਖੀ ਮਾਫ। ਜੋ ਕੰਮ ਤੁਸੀਂ 3 ਪੁਸ਼ਤਾਂ ਰੱਖ ਕੇ ਨਾ ਕਰ ਸਕੇ, ਉਹ ਕੰਮ ਹੁਣ ਤੁਹਾਨੂੰ ਇਹ ਨਾਚੀਜ਼ ਲਖਪਤ ਕਰਕੇ ਵਿਖਾਏਗਾ। ਮੇਰੇ ਕਹਿਣ ਤੋਂ ਮੁਰਾਦ ਕਿ ਤੁਹਾਡੇ ਦਾਦਾ ਹਜ਼ੂਰ ਅਬਦੁਲ ਸਮਦ ਖਾਨ ਦਲੇਰੇ ਜੰਗ, ਉਸਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ, ਉਸ ਵੇਲੇ ਤੋਂ ਲੈ ਕੇ ਸਿੱਖਾਂ ਦਾ ਕਤਲ-ਏ-ਗਾਰਤ ਸ਼ੁਰੂ ਹੋਇਆ, ਕਿਉਂਕਿ ਉਹਨਾਂ ਨੂੰ ਲਾਹੌਰ ਦਿੱਲੀ ਦਰਬਾਰ ਵੱਲੋਂ ਹੁਕਮ ਸੀ ਕਿ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਏ, ਖੂਨ ਮਾਫ। ਔਰ ਜਨਾਬ ਅਬਦੁਲ ਸਮਦ ਖਾਨ ਦਲੇਰੇ ਜੰਗ ਨੇ ਆਪਦੇ ਜ਼ਮਾਨੇ ਦੇ ਵਿੱਚ ਸਿੱਖਾਂ ਦਾ ਕਤਲੋ-ਗਾਰਤ ਦੀ ਕੋਈ ਕਸਰ ਬਾਕੀ ਨਾ ਛੱਡੀ, ਲੇਕਿਨ ਇਹ ਖਤਮ ਨਹੀਂ ਹੋਏ। ਉਸ ਤੋਂ ਬਾਅਦ ਆਪ ਜੀ ਦੇ ਸਤਿਕਾਰਯੋਗ ਅੱਬਾ ਹਜ਼ੂਰ ਆਏ, ਖਾਨ ਬਹਾਦਰ ਜ਼ਕਰੀਆ ਖਾਨ। ਉਹਨਾਂ ਨੇ ਵੀ ਆਪਦੇ ਲੰਬੇ ਜੀਵਨ ਵਿੱਚ ਇਹਨਾਂ ਨੂੰ ਮਾਰਨ ਦੇ ਹਰ ਹੀਲੇ ਨੂੰ ਵਰਤਿਆ, ਬਲਕਿ ਇਹਨਾਂ ਦੇ ਸਿਰਾਂ ਦੇ, ਇਹਨਾਂ ਦੀਆਂ ਬਾਹਾਂ ਦੇ, ਇਹਨਾਂ ਦੇ ਕੇਸਾਂ ਦੇ ਸਭ ਦੇ ਮੁੱਲ ਪਾਏ ਗਏ ਔਰ ਬੜੇ ਕਤਲ ਹੋਏ, ਲੇਕਿਨ ਉਹ ਵੀ ਇਹਨਾਂ ਨੂੰ ਮਿਟਾਉਣ ਵਿੱਚ ਕਾਮਯਾਬ ਨਾ ਹੋਏ। ਇੱਥੇ ਮੈਂ ਛੋਟੀ ਜਿਹੀ ਉਦਾਹਰਨ ਦੇਣੀ ਚਾਹੁੰਦਾ ਕਿ ਜਦੋਂ ਲਖਪਤ ਰਾਏ ਮਜ਼ਦੂਰੀ ਕਰਦਾ ਸੀ, ਕਲਾਨੌਰ ਦੇ ਜੰਪਲ ਨੇ, ਬਾਪ ਮਰ ਗਿਆ, ਉਸ ਤੋਂ ਬਾਅਦ ਇਹ ਥੋੜਾ ਵੱਡਾ ਹੋਇਆ ਤੇ ਘੁੰਗਣੀਆਂ ਛੋਲੇ ਉਬਾਲ ਕੇ ਘੁੰਗਣੀਆਂ ਵੇਚਿਆ ਕਰਦਾ ਸੀ। ਇਹ ਉਸ ਜ਼ਮਾਨੇ ਦੀ ਗੱਲ ਹੈ ਜਦੋਂ ਜ਼ਕਰੀਆ ਖਾਨ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਔਰ
ਇਹ ਮਜ਼ਦੂਰੀ ਕਰਨ ਤੇ ਘੁੰਗਣੀਆਂ ਵੇਚਣ ਦੀ ਬਜਾਏ ਸਿੱਖਾਂ ਦੇ ਸਿਰ ਵੱਢ ਵੱਢ ਕੇ ਵੇਚ ਕੇ ਮੁਆਵਜ਼ੇ ਲੈ ਕੇ ਅਮੀਰ ਹੋਣਾ ਸ਼ੁਰੂ ਹੋਇਆ। ਹਿਸਟਰੀ ਵਿੱਚ ਇੱਥੋਂ ਤੱਕ ਆਉਂਦਾ ਹੈ, ਇਤਿਹਾਸ ਦੇ ਵਿੱਚ ਪੰਨਿਆਂ 'ਚ ਇੱਥੋਂ ਤੱਕ ਆਉਂਦਾ ਹੈ ਕਿ ਕਈਆਂ ਥਾਵਾਂ ਤੇ ਐਸੀ ਸ਼ਨਾਖਤ ਹੋਈ ਕਿ ਲੜਕੀਆਂ ਦੇ ਕੁੜੀਆਂ ਦੇ ਸਿਰ ਵੱਢ ਕੇ ਉਹਨਾਂ ਦੇ ਕੇਸਾਂ ਦੇ ਜੂੜੇ ਕਰਕੇ ਉਹਨਾਂ ਨੂੰ ਮੁੰਡੇ ਬਣਾ ਕੇ ਮਰਦ ਬਣਾ ਕੇ ਉਹਨਾਂ ਦੇ ਵੀ ਮੁੱਲ ਵੱਟ ਲੈ ਗਏ। ਜਦੋਂ ਕਿ ਇਸਲਾਮ ਦੇ ਵਿੱਚ ਬੱਚਾ, ਔਰਤ, ਬਿਰਧ ਦੇ ਉੱਤੇ ਵਾਰ ਕਰਨਾ ਜ਼ੁਲਮ ਹੋਇਆ ਕਰਦਾ ਹੈ, ਲੇਕਿਨ ਇਹਨਾਂ ਨੇ ਉਸ ਜ਼ੁਲਮ ਦੀ ਵੀ ਪਰਵਾਹ ਨਹੀਂ ਕੀਤੀ। ਹੁਣ ਜਸਪਤ ਰਾਏ, ਲਖਪਤ ਰਾਏ ਵੱਡੇ ਹੋ ਕੇ ਸਿੱਖਾਂ ਦੇ ਕਾਤਲ ਸਨ, ਔਰ ਸਿੱਖਾਂ ਦਾ ਕਤਲ ਕਰ ਕਰਕੇ ਜਿੱਥੇ ਇਹ ਪੈਸੇ ਬਣਾ ਰਹੇ ਸਨ, ਉੱਥੇ ਨਾਲ ਨਾਲ ਹਕੂਮਤ ਦੇ ਵਿੱਚ ਇਹਨਾਂ ਦੀ ਸੇਵਾ ਵੀ ਕਾਊਂਟ ਹੋ ਰਹੀ ਸੀ, ਸੇਵਾ ਦੀ ਵੀ ਗਿਣਤੀ ਜਾ ਰਹੀ ਸੀ। ਤਾਂ ਇੱਕ ਦਿਨ ਐਸਾ ਆਇਆ, ਜ਼ਕਰੀਆ ਖਾਨ ਨੇ ਆਖਿਆ ਕਿ ਇਹਨਾਂ ਨੇ ਹਿੰਦੂ ਹੋਣ ਦੇ ਨਾਤੇ ਇਸਲਾਮ ਦੀ ਬਹੁਤ ਵੱਡੀ ਸੇਵਾ ਕੀਤੀ ਹੈ। ਉਸਨੇ ਲਖਪਤ ਰਾਏ ਨੂੰ ਉਹਦੇ ਦਰਬਾਰ ਵਿੱਚ ਛੋਟੇ ਪੱਧਰ ਦਾ ਇੱਕ ਅਹਿਲਕਾਰ ਰੱਖ ਲਿਆ, ਔਰ ਇਹ ਤਰੱਕੀਆਂ ਕਰਦਾ ਕਰਦਾ ਅੱਗੇ ਜਾ ਕੇ ਲਾਹੌਰ ਦੇ ਸੂਬੇ ਦਾ ਦੀਵਾਨ ਬਣਿਆ, ਖਜ਼ਾਨਾ ਮੰਤਰੀ ਬਣਿਆ। ਉਹਨੇ ਕਿਹਾ ਕਿ ਜ਼ਕਰੀਆ ਖਾਨ ਆਪ ਜੀ ਦੇ ਅੱਬਾ ਹਜ਼ੂਰ ਨੇ ਵੀ ਬਹੁਤ ਕਤਲਗਾਰਤ ਕੀਤਾ, ਹੁਣ ਵਾਰੀ ਆਪ ਦੀ ਆਈ, ਤੁਸੀਂ ਵੀ ਕੋਈ ਘੱਟ ਨਹੀਂ। ਲੇਕਿਨ ਮੈਂ ਅੱਜ ਭਰੇ ਦਰਬਾਰ ਵਿੱਚ ਇਹ ਇਕਰਾਰ ਕਰਦਾ ਹਾਂ ਕਿ ਇਸ ਇੱਕ ਸਿੱਖ ਕੌਮ ਦਾ ਬਾਣੀ, ਸਾਡੀ ਕੁਲ ਦਾ ਖੱਤਰੀ ਸੀ ਬਾਬਾ ਨਾਨਕ ਜੀ। ਬਾਬੇ ਨਾਨਕ ਜੀ ਨੇ ਇਸ ਸਿੱਖ ਕੌਮ ਦਾ ਨੀਂਹ ਪੱਥਰ ਰੱਖਿਆ ਤੇ ਉਹ ਖੱਤਰੀ ਜਾਤ ਤੋਂ ਸਨ, ਸਾਡੇ ਵੱਡ ਵਡੇਰੇ ਸਨ। ਤੇ ਅੱਜ ਇੱਕ ਖੱਤਰੀ ਲਖਪਤ ਰਾਏ ਇਸ ਕੌਮ ਦਾ ਨਾਮੋ ਨਿਸ਼ਾਨ ਮਿਟਾਏਗਾ। ਇਹ ਸ਼ਾਇਦ ਮੇਰੇ ਹਿੱਸੇ ਹੀ ਆਉਣਾ ਸੀ, ਇਹ ਨਵਾਬਾਂ ਦੇ ਵੱਸ ਦੀਆਂ ਗੱਲਾਂ ਨਹੀਂ। ਤੇ ਇਹ ਜਿਹੜੀ ਵਜ਼ੀਰੀ ਦੀ ਪੱਗ ਹੈ, ਇੱਕ ਇਹ ਵਜ਼ੀਰੀ ਦੀ ਪੱਗ, ਔਰ ਇੱਕ ਮੈਂ ਸੱਜੇ ਹੱਥ ਨਾਲ ਅੱਜ ਤੋਂ ਪ੍ਰਣ ਕਰਦਾ ਹਾਂ ਕਿ ਮੈਂ ਸੱਜੇ ਹੱਥ ਨਾਲ ਖਾਣਾ ਰੋਟੀ ਨਹੀਂ ਖਾਵਾਂਗਾ, ਖੱਬੇ ਹੱਥ ਨਾਲ ਖਾਵਾਂਗਾ, ਤਾਂ ਕਿ ਮੈਨੂੰ ਹਰ ਖਾਣੇ ਤੇ ਯਾਦ ਰਹੇ ਕਿ ਮੈਂ ਆਪਦੇ ਭਰਾ ਦਾ ਬਦਲਾ ਸਿੱਖਾਂ ਨੂੰ ਖਤਮ ਕਰਕੇ ਲੈਣਾ। ਇਸ ਕਰਕੇ ਮੈਂ ਡਿਊਟੀ ਤੇ ਤੈਨਾਤ ਰਹਾਂਗਾ, ਲੇਕਿਨ ਬਿਨਾਂ ਪੱਗ ਤੋਂ ਰਹਾਂਗਾ ਕਿ ਮੈਨੂੰ ਅਹਿਸਾਸ ਹੁੰਦਾ ਰਹੇ ਕਿ ਮੈਂ ਉਹਦੇ ਭਰਾ ਦਾ ਬਦਲਾ ਲੈਣਾ ਹੈ। ਤੇ ਨਵਾਬ ਸਾਹਿਬ, ਮੈਨੂੰ ਆਪ ਜੀ ਦੇ ਮਦਦ ਦੀ ਲੋੜ ਹੈ। ਇਹ ਗੱਲ ਸੁਣ ਕੇ ਆਪਦੇ ਸਿੰਘਾਸਨ ਉੱਤੇ ਖੜਾ ਹੋ ਗਿਆ ਯਹੀਆ ਖਾਨ। ਖੜਾ ਹੋ ਕੇ ਆਪਦੇ ਤਲਵਾਰ ਨੂੰ ਬੇਮਿਆਨ ਕਰਕੇ ਉਸਨੇ ਕਿਹਾ, ਲਖਪਤ ਰਾਏ, ਜਸਪਤ ਰਾਏ, ਤੇਰਾ ਭਰਾ ਨਹੀਂ, ਮੇਰਾ ਵੀ ਭਰਾ ਸੀ। ਮੈਂ ਤੁਹਾਡੇ ਪਰਿਵਾਰ ਦੀਆਂ, ਤੁਹਾਡੇ ਭਰਾਵਾਂ ਦੀਆਂ, ਆਪਦੇ ਬਾਪ ਦੇ ਤੋਂ ਲੈ ਕੇ ਹੁਣ ਤੱਕ ਵਫਾਦਾਰੀਆਂ ਦਾ ਕਾਇਲ ਹਾਂ। ਤੁਸੀਂ ਜੋ ਕੁਛ ਕੀਤਾ ਸਾਡੇ ਵਾਸਤੇ ਉਹ ਬਹੁਤ ਕੁਛ ਹੈ, ਤੁਸੀਂ ਜ਼ਿੰਦਗੀ ਲਾ ਦਿੱਤੀ ਹੈ। ਇਹ ਲਾਹੌਰ ਦਰਬਾਰ ਤੁਹਾਡੇ ਅਹਿਸਾਨ ਦਾ ਰਹਿਣੀ ਹੈ। ਲਾਹੌਰ ਦਰਬਾਰ ਦੇ ਕੋਲ ਇਸ ਵੇਲੇ ਜਿੰਨੀ ਜੰਗੀ ਤਾਕਤ ਹੈ ਉਹ ਲਖਪਤ ਰਾਏ ਤੇਰੇ ਵਾਸਤੇ ਹਾਜ਼ਰ ਹੈ। ਤੈਨੂੰ ਜਿੰਨੀ ਫੌਜ ਚਾਹੀਦੀ, ਜਿੰਨਾ ਸਮਾਨੇ ਜੰਗ ਚਾਹੀਦਾ ਹੈ, ਜਿੰਨੇ ਜਰਨੈਲ ਚਾਹੀਦੇ ਨੇ, ਹਾਥੀ ਘੋੜੇ, ਜੋ ਚਾਹੀਦਾ ਹੈ ਉਹ ਤੂੰ ਲਿਜਾ ਸਕਣਾ ਹੈ। ਪਰ ਇਹਨਾਂ ਨੂੰ ਬਿਲਕੁਲ ਇਹਨਾਂ ਦਾ ਖੁਰਾ ਖੋਜ ਮਟਾ, ਜੋ ਕੁਛ ਚਾਹੇਗਾ ਤੈਨੂੰ ਉਹ ਸਾਰਾ ਕੁਛ ਮੁਹੱਈਆ ਕਰਾਇਆ ਜਾਏਗਾ। ਲਾਹੌਰ ਦੇ ਸੂਬੇਦਾਰ ਤੋਂ ਇਹੀ ਆਸ ਰੱਖਦਾ ਸੀ ਤੇ ਇਹ ਇੱਕ ਵੱਡਾ ਹੁੰਗਾਰਾ ਮਿਲ ਗਿਆ। ਲਖਪਤ ਰਾਏ ਇੱਕ ਬਹੁਤ ਸ਼ੈਤਾਨੀ ਦਿਮਾਗ ਸੀ। ਉਸਨੇ ਸਭ ਤੋਂ ਪਹਿਲਾਂ ਲਾਹੌਰ ਦੇ ਔਰ ਗਿਰਦੋ ਨਿਵਾਸ ਦੇ ਕੁਝ ਸਿੱਖਾਂ ਨੂੰ ਗ੍ਰਿਫਤਾਰ ਕੀਤਾ। ਉਹਨਾਂ ਨੂੰ ਲਿਆ ਕੇ ਨਿਕਾਸ ਚੌਂਕ ਦੇ ਵਿੱਚ ਕਤਲ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ। ਜਿਸ ਦਿਨ ਉਹਨਾਂ ਦਾ ਕਤਲ ਕਰਨਾ ਸੀ ਉਸ ਦਿਨ ਸੋਮਵਾਰੀ ਮੱਸਿਆ ਸੀ। ਬਹੁਤ ਸਾਰੇ ਲਾਹੌਰ ਨਿਵਾਸੀ ਇਕੱਠੇ ਹੋਏ। ਉਹ ਜਾ ਕੇ ਨਵਾਬ ਯਹੀਆ ਖਾਨ ਦੇ ਦਰਬਾਰ 'ਚ ਪੇਸ਼ ਹੋਏ ਕਿ ਨਵਾਬ ਸਾਹਿਬ, ਇਹ ਜਿਹੜੇ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਗਲਤੀ ਨਾਲ ਕਰ ਲਏ ਗਏ। ਇਹ ਲਾਹੌਰ ਦੇ ਅਮਨ ਪਸੰਦ ਸ਼ਹਿਰੀ ਨੇ,
कोई लकड़ का काम करता है, कोई बिल्डिंगां उसारी का काम करता है, कोई होर किरत करके आपदे परिवार पालते ने, सरकार दे वफादार ने। इन्हां नूं सिख होण करके नजायज गिरफ्तार कर लिया गया है, इन्हां नूं माफ कर दिता जाए। ये बेकसूर हन। जया खान ने आख्या मैं तैयार हाँ, लेकिन तुसी अपने दीवान लखपत राय नाल गल करो। वो सारी दा सारा हजूम लखपत राय के बूहे ते जा पहुंचिया। लखपत राय नूं फरियाद की कि इन्हां नूं माफ कर दिता जाए। लखपत राय ने कहा कि मैं ये फैसला कर चुकिया हाँ, इस फैसले नूं हुण रब भी नहीं बदल सकता। वेखो हंकार दा घोड़ा किड्डी परबता चला गया है। मनुख नूं मारन वास्ते हंकार किस तरह के रूप धार लैंदा है। उन्हें कहा कि मैं जो फैसला कर लिया इनू रब भी नहीं बदल सकता। फिर दोबारा उन्हें शहरिया ने फरियाद की। लखपत राय दे उसे धार्मिक गुरु नूं नाल लैके आए, गोसाई जगत भगत राय नूं ओहदे कोलों कवाया कि लखू अज सोमवारी मस्या है, अज इन्हां दा कतल ना कर, ये बहुत माड़ा शगन होएगा। अगों लखपत राय ने छोटा जिहा जवाब दिता कि साईं जी तुहानूं राजनीतिक कम्मां च नहीं पैना चाहीदा। तुसीं आपदे आश्रम च जाके रब रब करो ते माला फेरो। ये साडा काम है, असीं किवें करना है। इन्हां काफरां दा कतल अज सोमवारी मस्या वाले दिन ही होएगा, इहनूं कोई नहीं बदल सकता। उन्हां 3,000 दे करीब सिखां अमन पसंद नूं, किरतियां नूं, मजदूरां नूं, गरीबां नूं इकट्ठियां करके निकास चौक पहुंचाया गया। मैं इत्थे छोटी जी बेनती करदिआं कि निकास चौक का जिक्र सिख इतिहास विच थां थां ते आउंदा है। निकास चौक कोई बहुत वधिया कोई वड्डी जगह नहीं थी। ये वो जगह सी एक लाहौर दे लागे खुला जिहा जंगलां दे विच बनिया होया एक मैदान सी, जिहदे विच महीनावार घोड़ियां दी मंडी लगदी सी। हर महीने एक दिन नियत हुंदा सी जिथे घोड़ियां दी मंडी लगदी सी, क्योंकि उन्हां जमानिਆਂ च कोई मोटर व्हीकल तां हुंदे नहीं सन, घोड़े सब तो वड्डा व्हीकल होए सन। तां इस चौंक विच दूर नेड़े तो ईरान तो इराक तो अरब देशां तो इत्थे आके घोड़े वेचे जांदे सन। इत्थे अरबी घोड़े, कंबोजी घोड़े और ईरान इराक के इलाके तो आए हुए, क्योंकि उधर बहुते पहाड़ी इलाकों में लोग घोड़े पाल के वेचण का काम करते सन। अरबी घोड़े ते कंबोजी घोड़े ज्यादा मशहूर ते महंगे होए करते सन। वो लिया के इत्थे वेचे जाते सन। घोड़ियां अगे खुला चारा सुटिया जाता सी, घोड़ियां दा मल मूत्र सी। इत्थे इस चौंक दे लागों लंघना भी बड़ा औखा सी। एक नरक वर्गा चौंक सी। यही कारण करके इसनूं सिखां दी कतलगारद वास्ते चुनिया गया सी कि कतल तो पहला भी सिखां नूं तसीहे दिते जाण। और इस निकास चौंक दे विच सिखां नूं कतल ही नहीं किया गया, बल्कि जिस तरह तशद्दद कर करके उन्हां दा जमूरतियां दे नाल मास नूं पट्टिया गया, उन्हां दी अखां कढ लैणियां, उन्हां दी खल उतार देनी, उन्हां नूं चरखड़ियां ते चढ़ देना, उन्हां नूं जिउंदियां नूं साड़ देना, इस तो भी भैड़ियां भैड़ियां सजावां दे के तड़फा तड़फा के मारना। ये वो निकास चौंक सी जिहड़ा सिखां दी बहुत वड्डी कतलो गारद बनिया। अज भी जे उस चौंक दे विच भावें वो आबादी दे विच आबाद है, ਉਹਦੀ ਜ਼ਮੀਨ ਪੱਟ ਕੇ ਕੱਢਿਆ ਜਾਏ ਤੇ ਅੱਜ ਵੀ ਸਿੱਖਾਂ ਦੇ ਵੱਡ ਵਡੇਰਿਆਂ ਦੀਆਂ ਅਸਥੀਆਂ, ਉਹਨਾਂ ਦੇ ਹੱਡ, ਉਹਨਾਂ ਦੇ ਫੁੱਲ ਉਸ ਜ਼ਮੀਨ ਵਿੱਚੋਂ ਅੱਜ ਵੀ ਕੱਢੇ ਜਾ ਸਕਦੇ ਨੇ। ਇਹ ਨਿਕਾਸ ਚੌਂਕ ਭਾਵੇਂ ਉਸ ਵੇਲੇ ਗੰਦਗੀ ਤੇ ਬਦਬੂਦਾਰ ਸੀ, ਲੇਕਿਨ ਅੱਜ ਦੀ ਵੀ ਸਿੱਖਾਂ ਦੇ ਕਿਸੇ ਮੱਕੇ ਕਾਬੇ ਤੋਂ ਘੱਟ ਨਹੀਂ, ਕਿਉਂਕਿ ਸਿੱਖਾਂ ਦੇ ਵੱਡ ਵਡੇਰਿਆਂ ਦੇ ਪਵਿੱਤਰ ਖੂਨ ਨਾਲ ਇਹ ਧੋਤੀ ਹੋਈ ਧਰਤੀ, ਉਹਨਾਂ ਦੇ ਹੱਡਾਂ ਦੇ ਨਾਲ, ਉਹਨਾਂ ਦੀ ਅਸਥੀਆਂ ਦੇ ਨਾਲ ਇਹ ਪਵਿੱਤਰ ਹੋਈ, ਬੇਦੋਸ਼ੀਆਂ ਦੇ ਖੂਨਾਂ ਨਾਲ, ਬਦੋਸ਼ੀਆਂ ਦੀ ਸ਼ਹਾਦਤਾਂ ਦੇ ਨਾਲ ਭਰਿਆ ਹੋਇਆ ਇਹ ਚੌਂਕ ਹੈ। ਉਨੀਆਂ ਸ਼ਹਾਦਤਾਂ ਪੰਜਾਬ ਦੀ ਧਰਤੀ ਤੇ ਕਿਤੇ ਵੀ ਨਹੀਂ ਹੋਈਆਂ ਹੋਣਗੀਆਂ ਜਿੰਨੀਆਂ ਨਿਕਾਸ ਚੌਂਕ 'ਚ ਹੋਈਆਂ ਨੇ। इस निकास चौक का जिक्र सिख इतिहास बार बार चलता है।
ਸੋਮਵਾਰੀ ਵਾਲੀ ਮੱਸਿਆ ਵਾਲੇ ਦਿਨ ਉਹਨਾਂ 3000 ਦੇ ਕਰੀਬ ਸਿੰਘਾਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਸੂਹਿਆਂ ਨੇ ਸੂਹ ਦੇ ਦਿੱਤੀ ਕਿ ਬੱਧੋ ਕੇ ਕਸਾਈਆਂ ਦੀ ਚਿੜੀ ਤੋਂ ਬਾਅਦ ਸਿੰਘ ਜਿਹੜੇ ਨੇ ਉਹ ਫਿਰ ਦੁਬਾਰਾ ਉਸੇ ਰਾਵੀ ਦੇ ਕੰਢੇ ਕਾਹਨੂੰਵਾਨ ਦੇ ਛੰਭ ਵਿੱਚ ਜਾ ਲੁਕੇ ਨੇ, ਕਿਉਂਕਿ ਜਸਪਤ ਰਾਏ ਦੇ ਮਾਰੇ ਜਾਣ ਤੋਂ ਬਾਅਦ ਜਦੋਂ ਫੌਜ ਭੱਜੀ ਆਪਣਿਆਂ ਦਾ ਕਰਕੇ ਸੰਸਕਾਰ, ਸਿੰਘਾਂ ਜਥੇਦਾਰਾਂ ਨੇ ਆਖਿਆ ਸਿੰਘੋ ਹੁਣ ਦੇਰ ਨਹੀਂ ਲਾਉਣੀ ਚਾਹੀਦੀ, ਹੁਣ ਇਹ ਖਬਰ ਲਾਹੌਰ ਪਹੁੰਚੇਗੀ ਤੇ ਲਾਹੌਰ ਦੇ ਦੀਵਾਨ ਦੇ ਵੱਡੇ ਵਜ਼ੀਰ ਦੀਵਾਨ ਦਾ ਭਰਾ ਮਾਰਿਆ ਗਿਆ ਹੈ। ਹੁਣ ਲਾਹੌਰ ਤੋਂ ਇੱਕ ਵੱਡਾ ਲਸ਼ਕਰ ਆਪਣੇ ਵਾਸਤੇ ਚੜ੍ਹੇਗਾ, ਉਸ ਤੋਂ ਪਹਿਲਾਂ ਸਾਨੂੰ ਕਿਸੇ ਕਿਲੇ ਦਾ ਸਹਾਰਾ ਲੈ ਲੈਣਾ ਚਾਹੀਦਾ ਹੈ। ਇਸ ਕਰਕੇ ਕਾਹਨੂੰਵਾਨ ਦਾ ਛੰਭ ਤੇ ਉਸ ਜ਼ਮਾਨੇ ਵਿੱਚ ਲੱਖੀ ਜੰਗਲ ਇਹ ਸਿੱਖਾਂ ਦੇ ਕੁਦਰਤੀ ਕਿਲੇ ਸਨ, ਜਿਹੜੇ ਵੱਡੇ ਵੱਡੇ ਜੰਗਲ ਸਨ। ਇਹਨਾਂ 'ਚ ਆਮ ਕੋਈ ਵੜਦਾ ਨਹੀਂ ਸੀ, ਹਕੂਮਤ ਵੀ ਨਹੀਂ ਸੀ ਵੜਦੀ। ਸਿੰਘਾਂ ਵਾਸਤੇ ਕੁਦਰਤ ਵੱਲੋਂ ਇਹ ਕਿਲੇ ਬਣ ਗਏ ਸਨ। ਕਾਹਨੂੰਵਾਨ ਦੇ ਛੰਭ ਵਿੱਚ ਜਾ ਵੜੇ ਸਿੰਘ। ਲਖਪਤ ਰਾਏ ਨੇ ਪੂਰੀ ਫਿਰ ਤਿਆਰੀ ਸ਼ੁਰੂ ਕੀਤੀ। ਪੂਰਾ ਕਾਹਨੂੰਵਾਨ ਦੇ ਛੰਭ ਦਾ, ਰਾਵੀ ਦਾ, ਉਸ ਇਲਾਕੇ ਦਾ ਪੂਰਾ ਨਕਸ਼ਾ ਤਿਆਰ ਕੀਤਾ ਗਿਆ। ਉਹਦੀ ਪਿਛਲੀ ਬਾਹੀ ਤੇ ਪਹਾੜੀਆਂ ਦੇ ਉੱਤੇ ਪਹਾੜੀ ਫੌਜਾਂ ਨੂੰ ਤਾਇਨਾਤ ਕੀਤਾ ਗਿਆ। ਉੱਥੇ ਪੱਥਰ ਸਟਾਏ ਗਏ। ਜਿਸ ਫੌਜ ਕੋਲ ਸ਼ਸਤਰ ਨਹੀਂ ਉਹ ਪੱਥਰਬਾਜ਼ੀ ਕਰੇਗਾ, ਉੱਥੋਂ ਅੱਗੋਂ ਘੇਰ ਲਿਆ ਜਾਏ। ਪਿੱਛੋਂ ਰਾਵੀ ਦਾ ਇੱਕ ਬੰਨ ਸੀ, ਜਿੱਥੇ ਜਾ ਕੇ ਰੋਕੇ ਰਾਵੀ ਦੋ ਰਸਤੇ ਬਣ ਜਾਂਦੀ ਸੀ, ਪਾਣੀ ਦਾ ਵਹਾਅ ਘਟ ਜਾਂਦਾ ਸੀ। ਉਹ ਬੰਨ ਤੋੜ ਕੇ ਇੱਕੋ ਰਸਤੇ ਕਾਹਨੂੰਵਾਨ ਵਾਲੇ ਪਾਸੇ ਨੂੰ ਪਾਣੀ ਦਾ ਵਹਾਅ ਕਰ ਦਿੱਤਾ ਗਿਆ, ਜਿਸ ਦੇ ਨਾਲ ਪਾਣੀ ਚੜ੍ਹ ਕੇ ਅੱਧੇ ਜੰਗਲ ਵਿੱਚ ਫੈਲ ਗਿਆ। ਜਿਸ ਜੰਗਲ ਵਿੱਚ ਸਿੰਘ ਲੁਕੇ ਹੋਏ ਸਨ ਉਹਦੇ ਵਿੱਚ 2-2 ਫੁੱਟ 4-4 ਫੁੱਟ ਪਾਣੀ ਆ ਗਿਆ। ਅਗਲੇ ਪਾਸੇ ਇੱਕ ਬੜਾ ਵੱਡਾ ਕਾਨਿਆਂ ਦਾ ਛੰਭ ਸੀ, ਜਿਹਦੇ ਵਿੱਚ ਛੋਟੇ ਛੋਟੇ ਘਰੋਂਦੇ ਬਣਾ ਕੇ ਘਰ ਬਣਾ ਕੇ ਕਾਨਿਆਂ ਦੇ ਵਿੱਚ ਵਹੀਰ ਬੱਚੇ ਉਹਨਾਂ ਵਿੱਚ ਗੁਜ਼ਾਰਾ ਕਰਦੇ ਸਨ। ਸਰਦੀਆਂ ਗਰਮੀਆਂ ਦੇ ਵਿੱਚ ਰੁਕ ਕੇ ਉਹ ਇੱਕ ਬੜਾ ਸੰਘਣਾ ਕਾਨਿਆਂ ਦਾ ਛੰਭ ਸੀ। ਉਹਦਾ ਨਕਸ਼ਾ ਆਇਆ। ਲਖਪਤ ਰਾਏ ਨੇ ਲਾਹੌਰ ਤੋਂ ਕਾਹਨੂੰਵਾਨ ਦੇ ਛੰਭ ਦੇ ਰਸਤੇ 'ਚ ਪੈਣ ਵਾਲੇ ਸਾਰੇ ਚੌਧਰੀਆਂ ਨੂੰ ਸੁਨੇਹਾ ਭੇਜੇ ਕਿ ਸ਼ਾਹੀ ਫੌਜ ਆ ਰਹੀ ਹੈ। ਛੰਭ ਦੇ ਵਿੱਚ ਹਕੂਮਤ ਦੇ ਬਾਗੀ ਨੇ ਉਹਨਾਂ ਦਾ ਕਤਲੇਆਮ ਕਰਨਾ ਹੈ। ਸਰਕਾਰ ਦੀ ਮਦਦ ਵਾਸਤੇ ਸਾਰੇ ਚੌਧਰੀ ਆਪਦੀ ਸਮਰੱਥਾ ਦੇ ਮੁਤਾਬਕ ਆਪਦੀਆਂ ਫੌਜਾਂ ਲੈ ਕੇ ਰਸਤਿਆਂ 'ਚ ਖਲੋ ਜਾਣ। ਉਹ ਸਾਰੇ ਰਸਤੇ 'ਚ ਖਲੋ ਗਏ। ਪਹਾੜੀ ਇਲਾਕਿਆਂ ਵਿੱਚ ਯਹੀਆ ਖਾਨ ਵੱਲੋਂ ਸੁਨੇਹਾ ਘਲਾਏ ਗਏ, ਪੱਤਰ ਭੇਜੇ ਗਏ ਕਿ ਇੱਧਰ ਹਕੂਮਤ ਦੇ ਬਾਗੀ ਆਏ ਨੇ, ਉਹਨਾਂ ਨੂੰ ਮਾਰ ਮੁਕਾਓ, ਤੁਹਾਨੂੰ ਖੂਨ ਮਾਫ। ਇੱਧਰੋਂ ਦਰਿਆ ਦਾ ਪਾਣੀ ਛੱਡ ਦਿੱਤਾ ਗਿਆ। ਲਗਭਗ 300 ਦੇ ਕਰੀਬ ਲੱਕੜ ਵੱਢਣ ਵਾਲੇ ਲੱਕੜਹਾਰੇ ਨਾਲ ਲੈ ਲਏ ਔਰ ਯਹੀਆ ਖਾਨ ਨੇ ਆਪਦੇ ਪੁੱਤਰ ਨਾਰ ਖਾਨ ਨੂੰ ਵੱਡੀ ਫੌਜ ਦੀ ਕਮਾਂਡ ਦੇ ਕੇ ਲਖਪਤ ਰਾਏ ਦੇ ਸਾਹਮਣੇ ਪੇਸ਼ ਕੀਤਾ। ਕਹਿਣ ਲੱਗਾ, ਲਖਪਤ ਰਾਏ, ਮੇਰੇ ਵੱਲੋਂ ਮੇਰਾ ਪੁੱਤਰ ਨਾਰ ਖਾਨ ਇਹ ਏਡੀ ਵੱਡੀ ਫੌਜ ਲੈ ਕੇ ਤੇਰੀ ਮਦਦ ਵਾਸਤੇ, ਤੇਰੀ ਸਹਾਇਤਾ ਵਾਸਤੇ ਤੇਰੇ ਨਾਲ ਜਾਏਗਾ। ਲਖਪਤ ਰਾਏ ਨੇ ਆਪਦੇ ਪੁੱਤਰ ਹਰਭਜ ਰਾਏ ਔਰ ਜਸਪਤ ਰਾਏ ਦੇ ਪੁੱਤਰ ਬੁੱਧੀਮਤ ਇਹਨਾਂ ਨੂੰ ਨਾਲ ਲਿਆ। 94-100 ਦੇ ਕਰੀਬ ਜਰਨੈਲ ਲਏ ਤੇ ਸ਼ਾਹੀ ਫੌਜਾਂ ਨੂੰ ਨਾਲ ਲੈ ਕੇ ਵੱਡੇ ਨਗਾਰਿਆਂ ਤੇ ਮਾਰ ਕੇ ਝੂਟਾਂ ਲਾਹੌਰ ਦੇ ਕਿਲੇ ਤੋਂ ਜਿਹੜਾ ਹੈ ਉਹ ਕੂਚ ਕੀਤਾ ਕਾਹਨੂੰਵਾਨ ਦੇ ਛੰਭ ਵੱਲ। ਨਗਾਰੇ ਵੱਜਦੇ ਗਏ, ਧੂੜਾਂ ਉੱਡਦੀਆਂ ਗਈਆਂ। ਇੱਕ ਵਾਰੀ ਲਾਹੌਰ ਦਰਬਾਰ ਚੋਂ ਨਿਕਲੀਆਂ ਫੌਜਾਂ ਨੇ ਲਾਹੌਰ ਹਿਲਾ ਕੇ ਰੱਖ ਦਿੱਤਾ। ਕੀ ਬਣੇਗਾ ਸਿੰਘਾਂ ਦਾ? ਲੋਕ ਤਰਾਸਦੀ ਤੇ ਪਹੁੰਚ ਗਏ। ਜਾਂਦਿਆਂ ਸਾਰ ਕਾਹਨੂੰਵਾਨ ਦੇ ਛੰਭ ਨੂੰ ਘੇਰਾ ਪਾ ਲਿਆ ਗਿਆ। ਹੁਣ ਉੱਥੋਂ ਦੀ ਸਥਿਤੀ ਇੱਕ ਵਾਰੀ ਇਹ ਵੇਖ ਲਓ ਕਿ ਇੱਕ ਪਾਸੇ ਉੱਚੀਆਂ ਪਹਾੜੀਆਂ ਨੇ, ਉਹਨਾਂ ਤੇ ਚੜ੍ਹਨਾ ਬੜਾ ਮੁਸ਼ਕਲ ਹੈ, ਘੋੜੇ ਤੇ ਚੜ੍ਹ ਹੀ ਨਹੀਂ ਸਕਦੇ। ਬਾਲ ਬੱਚਾ ਬਜ਼ੁਰਗਾਂ ਦੇ ਚੜ੍ਹਨਾ ਵੀ ਬਹੁਤ ਮੁਸ਼ਕਲ ਹੈ। ਉਸ ਦੇ ਅਗਲੇ ਪਾਸੇ
ਰਾਵੀ ਨਦੀ ਦੇ ਵਿੱਚ ਬਹੁਤ ਤੇਜ਼ ਵਹਾਅ ਨਾਲ ਵਗ ਰਿਹਾ ਪਾਣੀ, ਕਿਉਂਕਿ ਪਾਣੀ ਜਦੋਂ ਵੱਧਾ ਹੁੰਦਾ ਹੈ ਉਹਨੂੰ ਜਦੋਂ ਤੋੜ ਦਿੱਤਾ ਜਾਏ ਤਾਂ ਉਹਦਾ ਵਹਾਅ ਬਹੁਤ ਤੇਜ਼ ਹੁੰਦਾ, ਉਹਨੂੰ ਸੰਭਾਲਣਾ ਬੜਾ ਮੁਸ਼ਕਲ ਹੁੰਦਾ ਹੈ। ਤੇਜ਼ ਵਹਾਅ ਦੇ ਵਿੱਚ ਵਗਦੀ ਹੋਈ ਰਾਵੀ ਇੱਕ ਪਾਸੇ ਕਾਨਿਆਂ ਦਾ ਛੰਭ ਹੈ ਜਿਹਦੇ ਵਿੱਚ ਬਾਲ ਬੱਚਾ ਲੈ ਕੇ ਲੁੱਕੇ ਬੀਬੀਆਂ ਬੈਠੀਆਂ ਨੇ, ਅਗਲੇ ਪਾਸੇ ਆ ਕੇ ਫੌਜ ਨੇ ਘੇਰਾ ਲਾ ਲਿਆ ਜਿਹੜਾ ਰਸਤਾ ਨਿਕਲਣ ਦਾ ਸੀ। ਵੱਡੇ ਨਗਾਰੇ ਵਜਾ ਕੇ ਸਾਰਾ ਦਿਨ ਇਸ ਗੱਲ ਦੀ ਮਨਿਆਦੀ ਕੀਤੀ ਗਈ ਕਿ ਸਿੰਘੋ, ਤੁਹਾਨੂੰ ਸਾਰੇ ਪਾਸਿਆਂ ਤੋਂ ਘੇਰ ਲਿਆ ਗਿਆ ਹੈ, ਇੱਥੋਂ ਜਿੰਦਾ ਨਿਕਲਣ ਦਾ ਕੋਈ ਰਸਤਾ ਬਾਕੀ ਨਹੀਂ ਰਿਹਾ। ਲਾਹੌਰ ਦਰਬਾਰ ਦੀ ਫੌਜ ਦੇ ਸਾਹਮਣੇ ਲਸ਼ਕਰ ਦੇ ਨਾਲ ਲੜਨਾ ਤੁਹਾਡੇ ਵੱਸ ਦੀ ਗੱਲ ਨਹੀਂ, ਇਹਦੇ ਨਾਲ ਟਕਰਾਉਣਾ ਮਹਿਜ਼ ਖੁਦਕਸ਼ੀ ਹੋਵੇਗਾ। ਇਸ ਕਰਕੇ ਸਰਕਾਰ ਵੱਲੋਂ ਤੁਹਾਨੂੰ ਇੱਕ ਮੌਕਾ ਦਿੱਤਾ ਜਾਂਦਾ ਹੈ ਕਿ ਤੁਸੀਂ ਸਾਰੇ ਆਪਦੇ ਹੱਥ ਖੜੇ ਕਰਕੇ ਆਤਮ ਸਮਰਪਿਤ ਕਰ ਦਿਓ, ਮੁਸਲਮਾਨ ਹੋਣਾ ਪ੍ਰਵਾਨ ਕਰ ਲਓ, ਤੁਹਾਡੇ ਸਾਰੇ ਗੁਨਾਹ ਮਾਫ, ਤੁਹਾਨੂੰ ਇੱਥੋਂ ਗ੍ਰਿਫਤਾਰ ਕਰਕੇ ਲਾਹੌਰ ਜਾ ਕੇ ਆਜ਼ਾਦ ਕਰ ਦਿੱਤਾ ਜਾਏਗਾ, ਤੁਸੀਂ ਜਿੱਧਰ ਨੂੰ ਮਰਜ਼ੀ ਚਲੇ ਜਾ ਸਕੋਗੇ, ਆਪਦਾ ਆਰਾਮ ਨਾਲ ਜੀਵਨ ਬਸਰ ਕਰ ਸਕੋਗੇ। ਹਕੂਮਤ ਨੂੰ ਇਹ ਬਾਗੀ ਹਰਕਤ ਤੋਂ ਗੁੱਸਾ ਹੈ, ਉਹ ਬਾਗੀਆਨ ਹਰਕਤ ਖਤਮ ਹੋ ਜਾਏਗੀ, ਤੁਹਾਨੂੰ ਮਾਫ ਕਰ ਦਿੱਤਾ ਜਾਏਗਾ ਜੇ ਤੁਸੀਂ ਹੱਥ ਖੜੇ ਕਰਕੇ ਬਾਹਰ ਆ ਜਾਓਗੇ ਔਰ ਮੁਸਲਮਾਨ ਹੋਣਾ ਪ੍ਰਵਾਨ ਕਰ ਲਓਗੇ। ਸਾਰੇ ਪਾਸਿਆਂ ਤੋਂ ਘੇਰੇ ਗਏ ਸਿੰਘਾਂ ਨੇ ਬਹਿ ਕੇ ਫਿਰ ਗੁਰਮਤਾ ਕੀਤਾ। ਇਹਨਾਂ ਨੂੰ ਕਹਿੰਦੇ ਨੇ ਗੁਰਮਤੇ। ਗੁਰਮਤੇ ਦੇ ਵਿੱਚ ਉਹਨਾਂ ਆਖਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਘੇਰਾ ਪਾਇਆ ਗਿਆ ਸੀ ਆਨੰਦਗੜ੍ਹ ਦੇ ਕਿਲੇ 'ਚ। ਗੁਰੂ ਸਾਹਿਬ ਦੇ ਕੋਲ ਕਿਲਾ ਸੀ, ਇਸ ਦੇ ਬਾਵਜੂਦ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਦੀ ਈਨ ਨਹੀਂ ਮੰਨੀ ਸੀ। ਸਿੰਘਾਂ ਦੇ ਜ਼ੋਰ ਦੇਣ ਤੇ ਕਿਲਾ ਖਾਲੀ ਕਰਨਾ ਪਿਆ, ਛੱਡਣਾ ਪਿਆ, ਤੇ ਕੁਛ ਮੀਲ ਗਾਂਹ ਜੇ ਪਹੁੰਚੇ ਸਨ ਤੇ ਇਸੇ ਤਰ੍ਹਾਂ ਨਰਸਰਸਾ ਨਦੀ ਦੇ ਕੰਢੇ ਜਾ ਕੇ ਉਹਨਾਂ ਉੱਤੇ ਉਹਨਾਂ ਨੇ 10 ਲੱਖ ਫੌਜ ਚੜਾ ਕੇ ਹਮਲਾ ਕਰ ਦਿੱਤਾ ਸੀ। ਇਹੋ ਹੀ ਘਟਨਾ ਪਿੱਛੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਵਾਪਰ ਚੁੱਕੀ ਹੈ। ਇਸ ਕਰਕੇ ਇਹਨਾਂ ਦੇ ਉੱਤੇ ਇਤਬਾਰ ਕਰਨਾ ਮਹਿਜ਼ ਖੁਦਕਸ਼ੀ ਕਰਨ ਦੇ ਬਰਾਬਰ ਹੋਏਗਾ, ਜੋ ਆਉਣ ਵਾਲੇ ਇਤਿਹਾਸ ਵਿੱਚ ਸਾਡੇ ਮੱਥੇ ਤੇ ਕਲੰਕ ਲੱਗੇਗਾ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ, ਨਵਾਬ ਕਪੂਰ ਸਿੰਘ, ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਆ ਇਤਿਆਦਿਕ ਇਹਨਾਂ ਸਿੱਖ ਆਗੂਆਂ ਨੇ ਆਖਿਆ ਕਿ ਸਿੰਘੋ, ਹੁਣ ਸਮਾਂ ਆ ਗਿਆ ਸਾਨੂੰ ਸ਼ਹਾਦਤ ਦੇ ਬਾਟੇ ਛਕਣ ਦਾ, ਸਾਨੂੰ ਜੂਝ ਕੇ ਇਸ ਕਾਨੂੰਨ ਦੇ ਜੰਗਲ ਦੇ ਵਿੱਚ ਸ਼ਹੀਦ ਹੋ ਜਾਣਾ ਚਾਹੀਦਾ ਹੈ, ਤਾਂ ਕਿ ਆਉਣ ਵਾਲੀਆਂ ਨਸਲਾਂ ਇਸ ਜਗ੍ਹਾ ਦੇ ਉੱਤੇ ਇੱਕ ਸ਼ਹੀਦ ਗੰਜ ਵਸਾਰ ਕੇ ਸਾਨੂੰ ਕਦੇ ਯਾਦ ਕਰਿਆ ਕਰਨਗੀਆਂ ਕਿ ਸਿੰਘ ਆਪਾ ਵਾਰ ਗਏ ਦੇਸ਼ ਪਿੱਛੋਂ, ਲੇਕਿਨ ਉਹਨਾਂ ਨੇ ਆਤਮ ਸਮਰਪਣ ਨਹੀਂ ਕੀਤਾ। ਇਸ ਕਰਕੇ ਜੇ ਉਸ ਅਕਾਲ ਪੁਰਖ ਦਾ ਭਾਣਾ ਆਇਆ ਹੈ ਤੇ ਸਾਨੂੰ ਖੜੇ ਮੱਥੇ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਇਸ ਕਰਕੇ ਸਾਨੂੰ ਸ਼ਹੀਦ ਹੋਣ ਲਈ ਤਿਆਰ ਹੀ ਹੋਣਾ ਚਾਹੀਦਾ ਹੈ। ਹਰ ਸਿੰਘ ਵੱਧ ਤੋਂ ਵੱਧ ਜੂਝ ਕੇ ਵੱਧ ਤੋਂ ਵੱਧ ਦੁਸ਼ਮਣਾਂ ਦੇ ਘਾਣ ਡਾ ਕੇ ਸ਼ਹੀਦ ਹੋ ਜਾਵੇ। ਇਹ ਮਤਾ ਪਾਸ ਹੋਇਆ। ਬੋਲੇ ਸੋ ਨਿਹਾਲ ਦੇ ਸਤਿ ਸ੍ਰੀ ਅਕਾਲ ਦੇ ਜਕਾਰੇ ਗਜਾ ਕੇ ਖਾਲਸੇ ਨੇ ਮਤਾ ਪ੍ਰਵਾਨ ਕੀਤਾ ਤੇ ਆਪਦੇ ਅਕਾਲ ਪੁਰਖ ਦੇ ਅੱਗੇ ਅਰਦਾਸ ਗੁਜ਼ਾਰੀ ਕਿ ਹੇ ਸੱਚੇ ਪਾਤਸ਼ਾਹ, ਇਸ ਪਰਖ ਦੀ ਘੜੀ ਵਿੱਚ ਖਾਲਸੇ ਦੇ ਸਿਰ ਤੇ ਹੱਥ ਰੱਖ ਕੇ ਇੰਨੀ ਦਲੇਰੀ ਬਖਸ਼ ਕਿ ਇਸ ਮੈਦਾਨੇ ਜੰਗ ਵਿੱਚ ਖਾਲਸਾ ਉਦੋਂ ਤੱਕ ਜੂਝਦਾ ਰਵੇ ਜਦੋਂ ਤੱਕ ਕਿ ਇੱਕ ਖੂਨ ਦਾ ਇੱਕ ਇੱਕ ਕਤਰਾ ਸਾਡੇ ਅੰਦਰ ਚੱਲਦਾ ਰਹੇ। ਅਸੀਂ ਸ਼ਹਾਦਤਾਂ ਦੇ ਬਾਟੇ ਛਕ ਕੇ ਇਸ ਜ਼ਮੀਨ ਨੂੰ ਆਪਦੇ ਖੂਨ ਨਾਲ ਧੋ ਕੇ ਤੇ ਇੱਥੋਂ ਰੁਖਸਤ ਹੋ ਗਏ, ਸਾਡੀ ਤੁਹਾਡੇ ਚਰਨਾਂ ਨਾਲ ਨਿਭ ਜਾਏ। ਇਹ ਅਰਦਾਸ ਗੁਜ਼ਾਰ ਕੇ ਖਾਲਸਾ ਫਿਰ ਤਿਆਰ ਪਰ ਤਿਆਰ ਹੋ ਗਿਆ। ਹੁਣ ਪਿਛਲੇ ਕਈਆਂ ਦਿਨਾਂ ਤੋਂ ਭੁੱਖੇ ਨੇ ਖਾਲਸੇ ਵੀ, ਉਹਨਾਂ ਦੇ ਘੋੜੇ ਵੀ। ਇਤਿਹਾਸਕਾਰ ਲਿਖਦੇ ਨੇ ਕਿ ਘੋੜਿਆਂ ਦੀ ਪੋਜੀਸ਼ਨ ਇਹ ਬਣ ਚੁੱਕੀ ਸੀ ਭੁੱਖ ਨਾਲ ਕਿ ਜੇ ਕੋਈ ਘੋੜੇ ਦੇ ਉੱਤੇ ਸਵਾਰ ਹੁੰਦਾ ਸੀ ਤੇ ਘੋੜਾ ਡਿੱਗ ਪੈਂਦਾ ਸੀ। ਭੁੱਖ ਨਾਲ ਬੱਚੇ ਵਿਲਕਦੇ ਸਨ, ਮਾਵਾਂ ਗੱਲ ਨਾਲ ਲਾ ਕੇ ਕਹਾਣੀਆਂ ਸੁਣਾ ਕੇ ਉਹਨਾਂ ਨੂੰ ਬਰਾਉਂਦੀਆਂ ਸਨ।
रुखां दे पत्ते छकाए जांदे सन कुट के दौरियां च, रुखां दियां छिल्लां ला के उन्हां नूं उबाल के खवाईयां जांदियां सन। ये जिहड़ियां असीं अरदास विच बोलने आ ना कि घोड़ियां दियां काठियां ते गुजारा करना, पत्ते खाने, रुखां दियां छिल्लां खाणियां, ये सारा कुछ उसे काहनूमान दे छंभ विच वापरिआ। सारा दिन मर्यादी चलदी रही, लेकिन शाम तक जदों किसी भी ने बाहर ना निकले, गुरु गोबिंद सिंह दे खालसे डट गए, अंदरों बोले सो निहाल दे जकारे गजा के मुकाबले की आवाज उठाई। तो फिर लखू ने हुक्म दिता कि कानिया ते छंभ नूं अग लाई जाए। शाम दे टाइम अचनचेत उस छंभ नूं अग लगी। ਉਹਦੇ ਵਿੱਚ ਸੁੱਤੇ ਪਏ ਬਜ਼ੁਰਗ, ਬਿਮਾਰ, ਬੱਚੇ, ਔਰਤਾਂ ਉਹ ਸੜ ਕੇ ਸੁਆਹ ਹੋ ਗਈਆਂ। ਜਿੰਨੇ ਕੋਈ ਜਿਉਂਦੇ ਸਨ, ਜਿੰਨੇ ਕੋਈ ਜਵਾਨ ਸਨ, ਇੱਕਦਮ ਦੌੜ ਕੇ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ, ਨਹੀਂ ਤੇ ਬਹੁਤਾ ਹਿੱਸਾ ਉਸ ਕਾਨੀਆਂ ਦੇ ਵਿੱਚ ਸੜ ਗਿਆ, ਸਿੰਘਾਂ ਦਾ ਸ਼ਹਾਦਤਾਂ ਹੋ ਗਈਆਂ। ਲੇਕਿਨ ਉਹ ਅੱਗ ਅੱਗੇ ਨੂੰ ਵਧਣੀ ਸ਼ੁਰੂ ਹੋਈ, ਕਿਉਂਕਿ ਜੰਗਲ ਸੀ, ਜੰਗਲ ਦੇ ਵਿੱਚ ਬਹੁਤ ਸਾਰਾ ਘਾਹ ਫੂਸ ਤੇ ਲੱਕੜਾਂ ਡਿੱਗੀਆਂ ਹੁੰਦੀਆਂ ਨੇ। ਉਹਨਾਂ ਸੁੱਕੀਆਂ ਲੱਕੜਾਂ ਨੂੰ ਅੱਗ ਬੜੀ ਛੇਤੀ ਨਾਲ ਪਕੜ ਕਰ ਲੈਂਦੀ ਹੈ ਤੇ ਅੱਗ ਅਗਾਂਹ ਨੂੰ ਭਿਅੰਕਰ ਰੂਪ ਧਾਰ ਕੇ ਵਧਣਾ ਸ਼ੁਰੂ ਹੋਈ। ਦੂਸਰੇ ਪਾਸੇ ਪਾਣੀ ਠਾਹ ਠਾਹ ਵੱਜ ਰਿਹਾ ਸੀ ਤੇ ਉਹ ਪਾਣੀ ਫੈਲਿਆ ਹੋਇਆ ਸੀ। ਇਧਰਲੇ ਪਾਸਿਓਂ ਲਖਪਤ ਰਾਏ ਦੇ ਹੁਕਮ ਨਾਲ ਤੋਫਾਂ ਤੇ ਛੋਟੇ ਜਮੂਰਤਿਆਂ ਤੇ ਗੋਲਿਆਂ ਦੀ ਬੌਛਾੜ ਚੱਲ ਪਈ, ਗੋਲਾਬਾਰੀ ਸ਼ੁਰੂ ਹੋ ਗਈ। ਹੁਣ ਜਦੋਂ ਗੋਲੇ ਡਿੱਗਣੇ ਸ਼ੁਰੂ ਹੋਏ ਨਾ ਜੰਗਲ ਦੇ ਵਿੱਚ, ਛੰਭ ਦੇ ਵਿੱਚ, ਤੇ ਸਿੰਘਾਂ ਦੇ ਘੋੜੇ ਤੇ ਸਿੰਘਾਂ ਦੀਆਂ ਸ਼ਹਾਦਤਾਂ ਦੀ ਸ਼ੁਰੂਆਤ ਹੋਈ। ਗੋਲਿਆਂ ਦੇ ਨਾਲ ਸਿੰਘਾਂ ਦੇ ਤੂੰਬੇ ਉੱਡਣੇ ਸ਼ੁਰੂ ਹੋਏ। ਉਹਨਾਂ ਦੇ ਪ੍ਰਾਣਾਂ ਤੋਂ ਪਿਆਰੇ ਘੋੜੇ ਉਹਨਾਂ ਨੇ ਜਿਹੜੇ ਆਪ ਛੋਟੇ ਛੋਟੇ ਲੈ ਕੇ ਬੱਚੇ ਪਾਲ ਕੇ ਜਵਾਨ ਕਰਕੇ ਉਹਨਾਂ ਦੇ ਨਾਲ ਜ਼ਿੰਦਗੀਆਂ ਬਿਤਾ ਰਹੇ ਸਨ, ਕਿਉਂਕਿ ਉਹਨਾਂ ਉੱਤੇ ਜਿਉਂਦੇ ਸਨ ਨਾ ਘੋੜਿਆਂ ਦੇ ਉੱਤੇ। ਘੋੜਿਆਂ ਦੀਆਂ ਕਾਠੀਆਂ ਤੇ ਸੌਣਾ ਇੱਕ ਪੂਰਾ ਉਹਨਾਂ ਦੇ ਕੋਲ ਹੁੰਦਾ ਸੀ। ਰਾਤ ਨੂੰ ਉੱਤੇ ਲੈ ਲੈਣਾ, ਸਵੇਰੇ ਘੋੜੇ ਦੇ ਉੱਤੇ ਪਾ ਦੇਣਾ ਤੇ ਘੋੜੇ ਦੀ ਕਾਠੀ ਤੇ ਹੀ ਸੌਂ ਜਾਣਾ, ਕਾਠੀ ਤੇ ਜਾਗਣਾ, ਕਿਉਂਕਿ ਜ਼ਮੀਨ ਦੇ ਉੱਤੇ ਰਾਤ ਦੇ ਸਮੇਂ ਸੱਪ ਜਾਂ ਕੁਛ ਜ਼ਹਿਰੀਲੀਆਂ ਚੀਜ਼ਾਂ ਹੁੰਦੀਆਂ ਸਨ। ਉਹ ਫਿਰ ਸਿੰਘ ਘੋੜਿਆਂ ਦੇ ਉੱਤੇ ਆਪ ਤੇ ਆਪਦੇ ਬੱਚਿਆਂ ਨੂੰ ਅਗਲੇ ਪਾਸੇ ਲੈ ਕੇ, ਬੀਬੀਆਂ ਨੂੰ ਪਿਛਲੇ ਪਾਸੇ ਪਾ ਕੇ ਰਾਤ ਘੋੜੇ ਨੇ ਖੜੇ ਰਹਿਣਾ ਤੇ ਸਿੰਘਾਂ ਨੇ ਉਹਦੇ ਉੱਤੇ ਸੌਂ ਕੇ ਅੱਖ ਲਾ ਕੇ ਗੁਜ਼ਾਰਾ ਕਰਨਾ। ਇੱਕ ਇਹੋ ਜਿਹੇ ਦਿਨ ਸਾਡੇ ਉਹਨਾਂ ਵੱਡ ਵਡੇਰਿਆਂ ਨੇ ਕੱਟੇ ਹੋਣਗੇ ਤੇ ਕਿੱਡਾ ਵੱਡਾ ਉਹਨਾਂ ਦਾ ਜਿਗਰਾ ਹੋਵੇਗਾ ਜਿਨ੍ਹਾਂ ਨੇ ਸਿੱਖੀ ਦਾ ਦਮ ਪਾਲਿਆ, ਈਨ ਨਹੀਂ ਮੰਨੀ। ਇੱਕ ਛੋਟੀ ਜਿਹੀ ਗੱਲ ਸੀ, ਜੇ ਮੰਨ ਵੀ ਲਈ ਜਾਏ ਕਿ ਜੇ ਉਹ ਸਾਰੇ ਮੁਸਲਮਾਨ ਹੋ ਜਾਂਦੇ, ਉਹ ਈਨ ਮੰਨ ਲੈਂਦੇ, ਤੇ ਜੇ ਇਹ ਲੋਕ ਉਹਨਾਂ ਨੂੰ ਸ਼ਾਇਦ ਸੱਚਮੁੱਚ ਬਖਸ਼ ਦਿੰਦੇ ਤੇ ਉਹ ਮੁਸਲਮਾਨ ਹੋ ਕੇ ਇੱਕ ਵਧੀਆ ਜੀਵਨ ਬਿਤਾ ਲੈਂਦੇ। ਵੱਢਿਆ ਜਾਣਾ, ਟੁਕੜੇ ਹੋ ਜਾਣਾ, ਤੋਫ ਦੇ ਗੋਲਿਆਂ ਨਾਲ ਉੱਡ ਕੇ ਤੂੰਬੇ ਹੋ ਜਾਣਾ, ਇਹਦੇ ਨਾਲੋਂ ਤਾਂ ਕਿਤੇ ਚੰਗੀ ਜ਼ਿੰਦਗੀ ਸੀ ਨਾ। ਲੇਕਿਨ ਧਰਮ ਨਹੀਂ ਆ ਰਿਹਾ, ਸ਼ਹਾਦਤਾਂ ਨੂੰ ਗਲ ਨਾਲ ਲਾ ਰਿਹਾ। ਗੋਲਿਆਂ ਦੇ ਨਾਲ ਕਹਿੰਦੇ ਨੇ ਕਿ ਇੰਨੇ ਕਿ ਸਿੰਘਾਂ ਦੇ ਕੀਥੜੇ ਉੱਡੇ, ਜਿਹੜੇ ਉਸ ਵੇਲੇ ਕਾਹਨੂੰਵਾਨ ਦੇ ਛੰਭ ਦੇ ਜੰਗਲ ਸੀ ਨਾ, ਰੁੱਖ ਸੀ, ਉਹਨਾਂ ਉੱਤੇ ਸਿੰਘਾਂ ਦੇ ਤੇ ਸਿੰਘਾਂ ਦੇ ਘੋੜਿਆਂ ਦੇ ਟੁਕੜੇ ਲਮਕਣੇ ਸ਼ੁਰੂ ਹੋਏ। ਜਦੋਂ ਥੱਲਿਓਂ ਤੂੰਬੇ ਉੱਡਦੇ ਸਨ ਨਾ, ਰੁੱਖਾਂ ਤੇ ਜਾ ਕੇ ਕੁਛ ਟੁਕੜੇ ਅੜ ਜਾਂਦੇ ਸਨ, ਉਹਨਾਂ ਚੋਂ ਖੂਨ ਟਪਕਦਾ ਸੀ। ਮੀਂਹ ਪੈ ਜਾਣ ਤੋਂ ਬਾਅਦ ਜਦੋਂ ਰੁੱਖਾਂ ਦੇ ਪੱਤਿਆਂ ਤੋਂ ਕਈ ਵਾਰੀ ਅਸੀਂ ਵੇਖਦੇ ਹਾਂ ਪਾਣੀ ਦੀਆਂ ਬੂੰਦਾਂ ਟਪਕਦੀਆਂ ਨੇ। ਇਤਿਹਾਸਕਾਰ ਲਿਖਦੇ ਨੇ ਕਿ ਉਹਨਾਂ ਪੱਤਿਆਂ ਤੋਂ ਸਿੰਘਾਂ ਦੇ ਖੂਨ ਦੀਆਂ ਬੂੰਦਾਂ ਟਪਕਦੀਆਂ ਸਨ। ਵਗਦੀ ਹੋਈ ਰਾਵੀ ਦੇ ਪਾਣੀ ਦਾ ਰੰਗ ਲਾਲ, ਕਿਉਂਕਿ ਇੱਧਰੋਂ ਵੱਜ ਕੇ ਜਦੋਂ ਸਿੰਘਾਂ ਦੀਆਂ ਲਾਸ਼ਾਂ ਦਰਿਆ 'ਚ ਡਿੱਗਦੀਆਂ ਸਨ, ਖੂਨ ਦੀਆਂ ਭਰੀਆਂ, ਤੇ ਪਾਣੀ ਦਾ ਰੰਗ ਲਾਲ ਹੋ ਗਿਆ। ਕਾਹਨੂੰਵਾਨ ਦੇ ਛੰਭ ਦੀ ਵਿੱਚ ਜਿਹੜੀ ਥੱਲੇ ਜ਼ਮੀਨ ਸੀ ਉਹ ਲਾਲ ਗਲੀਚਾ ਬਣ ਚੁੱਕੀ ਸੀ। ਜਿੱਥੇ ਜਿੱਥੇ ਪਾਣੀ ਖੜਾ ਸੀ ਉਹ ਪਾਣੀ ਵੀ ਲਾਲ ਹੋ ਚੁੱਕਾ ਸੀ। ਇਹ ਉਸ ਵੇਲੇ ਦਾ ਮੰਜ਼ਰ ਹੈ। ਇਸ ਮੰਜ਼ਰ ਦੇ ਖੌਫਨਾਕ ਮੰਜ਼ਰ ਵਿੱਚ ਖਲੋ ਕੇ ਉਹਨਾਂ ਸਿੰਘਾਂ ਦਾ ਇਹਨਾਂ ਨਾਲ ਡਟ ਕੇ ਮੈਦਾਨ ਵਿੱਚ ਖੜਨਾ ਕਿੱਡੇ ਵੱਡੇ ਹੌਸਲੇ ਦੀ ਦਾਤ ਦੇਣੀ ਪਏਗੀ। ਜਥੇਦਾਰਾਂ ਨੇ ਫੈਸਲਾ ਕੀਤਾ ਕਿ ਇੱਕ ਪਾਸਿਓਂ ਗੋਲਾਬਾਰੀ ਹੈ, ਇੱਕ ਪਾਸੇ ਰਾਵੀ ਦੇ ਅੱਗੇ ਪੇਸ਼ ਨਹੀਂ ਜਾ ਰਹੀ,
ਸਾਡੇ ਨਾਲ ਵਹੀਰ ਬਾਲ ਬੱਚਾ ਹੈ, ਕਿਸੇ ਨਾ ਕਿਸੇ ਤਰੀਕੇ ਨਾਲ ਬਾਲ ਬੱਚਾ ਕੱਢ ਲਿਆ ਜਾਏ, ਫਿਰ ਇਹਨਾਂ ਨਾਲ ਦੋ ਦੋ ਹੱਥ ਕੀਤੇ ਜਾਣਗੇ। ਉਹਨਾਂ ਨੇ ਆਖਿਆ ਕਿ ਆਪਾਂ ਨੂੰ ਪਹਾੜੀ ਚੜ੍ਹਨਾ ਚਾਹੀਦਾ ਹੈ। ਬੜੀ ਮੁਸ਼ਕਲ ਦੇ ਨਾਲ ਬਜ਼ੁਰਗਾਂ ਨੂੰ, ਬੱਚਿਆਂ ਨੂੰ, ਨੌਜਵਾਨਾਂ ਨੇ ਬੜੇ ਯੁੱਧ ਨਾਲ, ਬੜੇ ਜ਼ੋਰ ਨਾਲ ਪਹਾੜੀ ਤੇ ਚੜਾਇਆ। ਜਿਸ ਵਕਤ ਪਹਾੜੀ ਬੜੀ ਉੱਚੀ ਸੀ, ਚੜ ਕੇ ਸਿਰੇ ਤੇ ਪਹੁੰਚੇ, ਉੱਥੇ ਲੁਕੀ ਹੋਈ ਫੌਜ ਨੇ ਇੱਕਦਮ ਫਾਇਰਿੰਗ ਸ਼ੁਰੂ ਕਰਤੀ। ਡਾਕਟਰ ਗੰਡਾ ਸਿੰਘ ਲਿਖਦੇ ਨੇ ਕਿ ਦਾਣਿਆਂ ਦੀ ਵਾਂਗ ਭੁੰਨ ਕੇ ਰੱਖ ਦਿੱਤਾ ਸਿੰਘਾਂ ਨੂੰ। ਉੱਤੋਂ ਲੁੱਟਦੀਆਂ ਖਾਂਦੇ ਥੱਲੇ ਆਉਂਦੇ ਤਾਂ ਅੱਧੇ ਤੇ ਜਿਉਂਦੇ ਮਾਰੇ ਗਏ, ਕੁਛ ਗੋਲੀ ਦਾ ਨਿਸ਼ਾਨਾ ਬਣ ਕੇ ਮਾਰੇ ਗਏ, ਕੁਛ ਉਹ ਜੰਗਲ ਵਿੱਚ ਡਿੱਗ ਕੇ ਕੋਈ ਸੱਟ ਲੱਗੀ, ਕੋਈ ਕਿਸ ਤਰ੍ਹਾਂ ਵੇਸਟ ਹੋ ਗਏ। ਉਹਨਾਂ ਉੱਤੇ ਬੜੀ ਜ਼ਬਰਦਸਤ ਪੱਥਰਬਾਜ਼ੀ ਕੀਤੀ ਗਈ, ਕਿਉਂਕਿ ਉਸ ਪਹਾੜੀ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਪੱਥਰ ਵੀ ਲਿਆ ਕੇ ਰੱਖਿਆ ਗਿਆ ਸੀ। ਉੱਤੋਂ ਗੋਲੀਆਂ ਵਰੀਆਂ, ਨਾਲ ਪੱਥਰ ਵਰੇ। ਉੱਥੋਂ ਬੜੀ ਬੁਰੀ ਹਾਲਤ ਹੋਈ, ਜਿਹੜੇ ਚੜੇ ਸੀ ਉਹ ਮਾਰੇ ਗਏ। ਉਸ ਤੋਂ ਬਾਅਦ ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਆ ਰਾਵੀ ਦੇ ਕੰਢੇ ਕੰਢੇ ਘੋੜਾ ਦੌੜਾ ਰਿਹਾ ਸੀ। ਇੱਕ ਜਗ੍ਹਾ ਤੇ ਨਜ਼ਰ ਪਈ ਕਿ ਇੱਥੇ ਪਹਾੜ ਬੜਾ ਛੋਟਾ ਹੈ। ਨਾਲ ਉਹਦਾ ਭਰਾ ਦਿਆਲ ਸਿੰਘ ਸੀ। ਦੋ ਭਰਾਵਾਂ ਨੇ ਸਲਾਹ ਕੀਤੀ ਕਿ ਪਹਾੜ ਛੋਟਾ ਹੈ, ਇਹਦੇ ਵਿੱਚ ਘੋੜਾ ਠੇਲ ਕੇ ਵੇਖੀਏ, ਜੇ ਕਿਤੇ ਪਾਣੀ ਘੱਟ ਡੂੰਘਾ ਹੋਵੇ ਤੇ ਇਸ ਜਗ੍ਹਾ ਦੇ ਉੱਤੋਂ ਵਹੀਰ ਨੂੰ ਕੋਸ਼ਿਸ਼ ਕਰੀਏ ਕਿ ਰਾਵੀ ਪਾਰ ਕਰਾ ਦਿੱਤੀ ਜਾਏ। ਇੱਕ ਵਾਰੀ ਵਹੀਰ ਰਾਵੀ ਪਾਰ ਕਰ ਜਾਏ, ਕੁਝ ਸਿੰਘ ਉਹਨਾਂ ਦੇ ਨਾਲ ਤੋਰ ਕੇ ਉਹਨਾਂ ਨੂੰ ਦੂਰ ਭੇਜ ਦਿੱਤਾ ਜਾਏ, ਫਿਰ ਲਖਪਤ ਰਾਏ ਨੂੰ ਵਿਖਾਵਾਂਗੇ ਕਿ ਸਿੰਘਾਂ ਦੇ ਹੱਥ ਕੀ ਹੁੰਦੇ। ਜਦੋਂ ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਏ ਨੇ ਉਹਦੇ ਵਿੱਚ ਘੋੜਾ ਠੇਲਿਆ, ਪਾਣੀ ਦੇ ਵਹਾਵ ਏਡਾ ਤੇਜ਼ ਆ ਰਿਹਾ ਸੀ ਪਿੱਛੋਂ, ਘੋੜਾ ਜਦੋਂ ਥੱਲੇ ਉਤਰਿਆ ਪਤਾ ਹੀ ਨਹੀਂ ਲੱਗਾ ਸਰਦਾਰ ਗੁਰਦਿਆਲ ਸਿੰਘ ਸਮੇਤ ਘੋੜੇ ਕਿੱਧਰੋਂ ਰੁੜ ਗਿਆ, ਉਹਦਾ ਪਤਾ ਹੀ ਨਹੀਂ ਲੱਗਿਆ। ਭਰਾ ਨੂੰ ਬਚਾਉਂਦਾ ਬਚਾਉਂਦਾ ਮਗਰੇ ਘੋੜਾ ਉਹਨੇ ਠੇਲ ਦਿੱਤਾ ਦਿਆਲ ਸਿੰਘ ਨੇ, ਉਹ ਵੀ ਰੁੜ ਗਿਆ। ਦੋਵੇਂ ਭਰਾ ਵਹੀਰ ਦਾ ਰਸਤਾ ਪਾਰ ਕਰਨ ਲਈ ਬਣਾਉਣ ਦੇ ਇਵਜ਼ ਵਿੱਚ ਸ਼ਹਾਦਤ ਦਾ ਜਾਮ ਛਕ ਗਏ। ਪਤਾ ਨਹੀਂ ਕਿਹੜੇ ਵਹਿਣ ਚ ਰੁੜ ਗਏ, ਸਮੇਤ ਘੋੜੇ, ਉਹਨਾਂ ਦਾ ਕੋਈ ਪਤਾ ਨਾ ਲੱਗ ਸਕਿਆ। ਲੇਕਿਨ ਇਹ ਪਤਾ ਲੱਗਿਆ ਕਿ ਰਾਵੀ ਪਾਰ ਕਰਨਾ ਬਹੁਤ ਖਤਰਨਾਕ ਹੈ, ਇਹ ਇੱਕ ਮੌਤ ਦਾ ਮੰਜ਼ਰ ਹੈ। ਉਸ ਤੋਂ ਬਾਅਦ ਸਿੰਘਾਂ ਨੇ ਇਕੱਠਿਆਂ ਹੋ ਕੇ ਫਿਰ ਫੈਸਲਾ ਕੀਤਾ। ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੇ ਨੇ ਆਖਿਆ, ਖਾਲਸਾ ਜੀ, ਹੁਣ ਸਾਨੂੰ ਇਹਨਾਂ ਨਾਲ ਆਮੋ ਸਾਹਮਣੀ ਲੜਾਈ ਲੜਨੀ ਚਾਹੀਦੀ ਹੈ। ਇਸ ਤਰ੍ਹਾਂ ਲੁਕ ਕੇ ਲੰਮੇ ਪੈ ਕੇ ਆਪਾਂ ਅੱਗੇ ਕਿੰਨਾ ਕੁ ਵੱਧ ਜਾਵਾਂਗੇ। ਮਗਰ ਨਾਲ ਆਪਣੇ ਲਾਹੌਰ ਦਾ ਲਸ਼ਕਰ ਲਗਾ ਤੁਰਿਆ ਆਉਂਦਾ, ਜੰਗਲ ਦੇ ਬਰਾਬਰ ਨਾਲ ਉਹ ਆਈ ਜਾਂਦੇ ਸਨ, ਉਹ ਇਹਨਾਂ ਦਾ ਪਿੱਛਾ ਕਰ ਰਹੇ ਸਨ। ਪਿੱਛੋਂ ਅੱਗ ਬਹੁਤ ਤੇਜ਼ੀ ਨਾਲ ਵੱਧ ਰਹੀ ਸੀ, ਪਿੱਛੇ ਜਾਣਾ ਬੜਾ ਔਖਾ ਸੀਗਾ। ਜੰਗਲ ਪਿੱਛੋਂ ਸੜਦਾ ਤੁਰਿਆ ਜਾ ਰਿਹਾ ਸੀ। ਇੱਕ ਪਾਸੇ ਲੱਕੜਹਾਰੇ 300 ਦੇ ਕਰੀਬ ਜਿਹੜੀ ਉਹ ਜੰਗਲ ਦੇ ਵੱਡੇ ਰੁੱਖ ਵੱਢ ਕੇ ਥੱਲੇ ਸੁੱਟੀ ਜਾਂਦੇ ਸਨ, ਔਰ ਇਹ ਇੱਕ ਅੱਧੇ ਦਿਨ ਦੇ ਵੀ ਸਾਰਾ ਕੁਝ ਸਾਫ਼ ਕਰਨ ਵਾਲੇ ਸਨ। ਕਿੱਥੇ ਜਾਵਾਂਗੇ, ਇਸ ਕਰਕੇ ਆਪਾਂ ਨੂੰ ਇਹਨਾਂ ਨਾਲ ਆਮੋ ਸਾਹਮਣਾ ਲੜ ਲੈਣਾ ਚਾਹੀਦਾ। ਆਖਿਰ ਇਹ ਫੈਸਲਾ ਹੋਇਆ। ਉਹਨਾਂ ਨੇ ਫਿਰ ਦਿਲ ਦੇ ਆਕਾਰ ਦਾ ਇੱਕ ਨਕਸ਼ਾ ਬਣਾਇਆ, ਲਕੀਰ ਵਾਹ ਕੇ ਦਿਲ ਦੇ ਆਕਾਰ ਦੀ ਉਹਦੇ ਵਿਚਕਾਰ ਵਹੀਰ ਨੂੰ ਖੜਿਆ ਕੀਤਾ। ਉਹਦੇ ਬਾਰ ਘੋੜ ਸਵਾਰ ਤੇ ਚੰਗੇ ਜਿਹੜੇ ਚੋਣਵੇਂ ਜਵਾਨ ਸੀ, ਉਹਨਾਂ ਦੀ ਇੱਕ ਕਤਾਰ, ਇੱਕ ਲਾਈਨ ਲਾਈ ਗਈ। ਉਹਦੇ ਅਗਲੇ ਪਾਸੇ ਹੋਰ ਜਿਹੜੇ ਚੜ੍ਹਦੀ ਜਵਾਨੀ ਵਾਲੇ ਨੌਜਵਾਨ ਸਨ, ਉਹਨਾਂ ਦੀ ਲਾਈਨ, ਤਿੰਨ ਲਾਈਨਾਂ ਬਾਰ ਨੌਜਵਾਨਾਂ ਦੀਆਂ, ਹਥਿਆਰਬੰਦ ਨੌਜਵਾਨਾਂ ਦੀਆਂ ਲਾ ਕੇ, ਤੇ ਉਹਦੇ ਵਿਚਕਾਰ ਦਿਲ ਦੇ ਆਕਾਰ ਦਾ ਅਗਲੇ ਪਾਸੇ ਨੋਕ ਹੈ, ਪਿਛਲੇ ਪਾਸੇ ਨੂੰ ਦਿਲ ਦੇ ਆਕਾਰ ਦਾ ਇੱਕ ਘੇਰਾਬੰਦੀ ਕਰਕੇ ਉਹਦੇ ਇੱਕ ਰੂਪ ਵਿੱਚ ਇਕੱਠਾ ਹੋ ਕੇ ਖਾਲਸਾ ਟੁਰਨਾ ਸ਼ੁਰੂ ਹੋਇਆ। ਸਭ ਤੋਂ ਅੱਗੇ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੇ, ਉਹਨਾਂ ਦੀਆਂ ਸਾਈਡ ਵਾਲੀਆਂ ਬਾਹੀਆਂ ਤੇ ਇੱਕ ਪਾਸੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੁਲਤਾਨੁਲ ਕੌਮ, ਔਰ ਇੱਕ ਬਾਹੀ ਤੇ ਨਵਾਬ ਕਪੂਰ ਸਿੰਘ ਇਤਿਆਦਿਕ ਬਾਕੀ ਦੇ ਜਥੇਦਾਰ ਜਿਵੇਂ ਪਿੱਛੇ ਹੋਏ, ਉਹ ਉਹਨਾਂ ਦੀ ਕਮਾਂਡ ਕਰ ਰਹੇ ਸਨ। ਔਰ ਇਹ ਇੱਕ ਇਸ ਤਰ੍ਹਾਂ ਦਾ ਘੇਰਾ ਸੀ ਕਿ ਜਿਵੇਂ ਸਾਡੀ ਜੀਭ ਦੰਦਾਂ ਦੇ ਵਿੱਚ ਘਿਰੀ ਹੋਈ ਹੁੰਦੀ ਹੈ, ਦੰਦ ਉਹਦੀ ਹਿਫਾਜ਼ਤ ਕਰਦੇ ਨੇ, ਇਸ ਤਰ੍ਹਾਂ ਇਹ ਸਾਰੇ
ਜਿਹੜੇ ਸੂਰਮੇ ਸੀ, ਤਿੰਨ ਤਿੰਨ ਲਾਈਨਾਂ ਦੀਆਂ ਪਾਲਾਂ ਦੇ ਵਿੱਚ ਬਾਰ-ਬਾਰ ਵਹੀਰ ਦੀ ਹਿਫਾਜ਼ਤ ਵਿੱਚ ਸਨ ਤੇ ਵਿੱਚ ਵਹੀਰ ਟੁਰਦੀ ਸੀ। ਅਗਾਂਹ ਜਾਂਦਿਆਂ ਲਖਪਤ ਰਾਏ ਸਿੱਧਾ ਆਣ ਟਕਰਿਆ ਔਰ ਇਹ ਹੁਣ ਆਮੋ ਸਾਹਮਣੀ ਸਿੱਧੀ ਘਮਸਾਨ ਦੀ ਲੜਾਈ ਸ਼ੁਰੂ ਹੋ ਗਈ। ਲੜਦਿਆਂ ਸਰਦਾਰ ਸੁੱਖਾ ਸਿੰਘ ਮਾੜੀ ਕੱਬੋ ਕੇ ਅੱਗੇ ਵੱਧ ਕੇ ਜਦੋਂ ਉਸ ਦਲਾਂ ਨੂੰ ਚੀਰਦਾ ਹੋਇਆ ਲਖਪਤ ਰਾਏ ਦੇ ਐਨ ਸਾਹਮਣੇ ਆ ਗਿਆ, ਘੋੜੇ ਨੂੰ ਅੱਡੀ ਲਾ ਕੇ ਉਹਨੇ ਤਾਂ ਕੀਤਾ। ਘੋੜੇ ਨੇ ਆਪਦੇ ਦੋਵੇਂ ਪੈਰ ਚੱਕ ਕੇ ਹਾਥੀ ਦੇ ਉੱਪਰ ਤੱਕ ਲਿਆਂਦੇ ਤੇ ਤਲਵਾਰ ਦਾ ਵਾਰ ਕਰਕੇ ਹਾਥੀ ਤੇ ਬੈਠੇ ਹੋਏ ਲਖਪਤ ਰਾਏ ਦਾ ਸਿਰ ਲੱਗਾ ਡਾਉਣ। ਨਾਲ ਆ ਰਹੇ ਬਰਾਬਰ ਨਾਲ ਆ ਰਿਹਾ ਲਖਪਤ ਰਾਏ ਦੇ ਪੁੱਤਰ ਹਰਭਜ ਰਾਏ ਨੇ ਆਪਦੇ ਨਾਲ ਆਉਂਦੇ ਹੋਏ ਜਮੂਰਚੇ ਵਾਲਿਆਂ ਨੂੰ ਇੱਕਦਮ ਹੁਕਮ ਦਿੱਤਾ ਕਿ ਫਾਇਰ ਕੀਤਾ ਜਾਏ। ਯਕਦਮ ਜਮੂਰਚੇ ਦਾ ਫਾਇਰ ਮਾਰਿਆ ਗਿਆ। ਉਹ ਫਾਇਰ ਆ ਕੇ ਸਿੱਧਾ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੇ ਦੇ ਮੋਢੇ ਤੇ ਮਾਫ ਕਰਨਾ ਲੱਤ ਤੇ ਵੱਜਾ, ਪੱਟ ਤੇ ਵੱਜਾ ਤੇ ਉਹਦੀ ਗੋਡੇ ਤੋਂ ਲੱਤ ਉੱਡ ਗਈ ਸਮੇਤ। ਘੋੜਾ ਜ਼ਮੀਨ ਤੇ ਜਾ ਟਿਕਿਆ, ਖੂਨ ਵਿੱਚ ਲੱਥ ਪੱਥ ਹੋਇਆ। ਸੂਰਮਾ ਬੈਠਾ ਹੈ ਤੇ ਵੇਖਿਆ ਕਿ ਘੋੜਾ ਮਰ ਗਿਆ, ਲੱਤ ਉੱਡ ਚੁੱਕੀ ਹੈ। ਆਪਦੇ ਕਮਰ ਚੋਂ ਕਮਰ ਖਿੱਸਾ ਖੋਲ ਕੇ ਸਰਦਾਰ ਸੁੱਖਾ ਸਿੰਘ ਨੇ ਆਪਦੀ ਜਿੱਥੋਂ ਲੱਤ ਉੱਡ ਚੁੱਕੀ ਸੀ ਉਸ ਥਾਂ ਤੇ ਘੁੱਟ ਕੇ ਬੰਨ੍ਹ ਲਿਆ ਗਿਆ। ਆਪਦੇ ਸਾਥੀਆਂ ਨੂੰ ਆਵਾਜ਼ ਮਾਰੀ। ਇੱਕ ਚੰਗੇ ਜਵਾਨ ਨੂੰ ਘੋੜਸਵਾਰ ਨੂੰ ਬੁਲਾ ਕੇ ਉਹਦੇ ਮਗਰ ਚੜਾ ਕੇ ਸਾਥੀਆਂ ਨੇ ਉਸ ਘੋੜਸਵਾਰ ਦੇ ਨਾਲ ਜੂੜ ਕੇ ਉਸ ਨੂੰ ਬੰਨ੍ਹ ਦਿੱਤਾ ਗਿਆ। ਵੇਖੋ ਲੱਤ ਉੱਡ ਚੁੱਕੀ ਹੈ, ਖੂਨ ਦੇ ਫੁਹਾਰੇ ਚੱਲ ਰਹੇ ਨੇ। ਉਸ ਸਿੰਘ ਦਾ ਹੌਸਲਾ ਵੇਖਣਾ ਉਹਨੂੰ ਦਾਤ ਦੇਣੀ ਬਣਦੀ ਹੈ ਕਿ ਇੱਕ ਹੱਥ ਵਿੱਚ ਫੜੀ ਹੋਈ ਕਿਰਪਾਨ ਨਾਲ ਸੂਰਮਾ ਫਿਰ ਮੈਦਾਨੇ ਜੰਗ ਵਿੱਚ ਲੜਦਾ ਪਿਆ ਹੈ, ਲੱਤ ਉੱਡ ਚੁੱਕੀ। ਇੱਥੇ ਸਿੰਘਾਂ ਦੇ ਪ੍ਰਾਣਾਂ ਤੋਂ ਪਿਆਰੇ ਘੋੜੇ ਮਾਰੇ ਗਏ। ਅੱਤ ਦੀ ਗਰਮੀ ਹੈ, ਸਿੰਘਾਂ ਦੇ ਪੈਰਾਂ ਵਿੱਚ ਕੋਈ ਚੱਜ ਦਾ ਜੁੱਤੀ ਨਹੀਂ, ਸਿੱਖਾਂ ਕੋਲ ਕੋਈ ਚੱਜ ਦੇ ਸ਼ਸਤਰ ਨਹੀਂ। ਲਗਭਗ ਜੇ ਗਿਣਿਆ ਜਾਏ ਕਿ 7-8 ਦਿਨ ਤੋਂ ਭੁੱਖੇ ਸਿੰਘ, ਇੱਕ ਵੱਡੀ ਤਗੜੀ ਪਰਖ ਹੋ ਰਹੀ ਸੀ ਸਿੱਖਾਂ ਦੀ। ਉਹ ਅਕਾਲ ਪੁਰਖ ਉਹਨਾਂ ਨੂੰ ਪਰਖ ਰਿਹਾ ਸੀ। ਕੁੰਦਨ ਨੂੰ ਲੋਹੇ ਸੋਨੇ ਨੂੰ ਸਾੜ ਕੇ ਕੁੰਦਨ ਬਣਾਇਆ ਜਾਂਦਾ ਹੈ। ਇੱਥੇ ਫਿਰ ਆਮੋ ਸਾਹਮਣੀ ਗਹਿ ਗੱਚ ਲੜਾਈ ਹੋਈ। ਇੱਕ ਵਾਰੀ ਭੁੱਖਿਆਂ ਸਿੰਘਾਂ ਨੇ ਜਦੋਂ ਕੋਈ ਮਰਨ ਵਾਸਤੇ ਲੜਦਾ ਹੈ ਨਾ, ਫਿਰ ਕਹਿੰਦੇ ਨੇ ਉਹਦਾ ਮੁਕਾਬਲਾ ਕਰਨਾ ਬੜਾ ਮੁਸ਼ਕਲ ਹੁੰਦਾ ਹੈ। ਜਦੋਂ ਕੋਈ ਆਪਦੀ ਜਾਨ ਬਚਾ ਕੇ ਲੜ ਰਿਹਾ ਹੋਵੇ ਉਹਦੇ ਨਾਲ ਲੜਨਾ ਕੋਈ ਆਸਾਨ ਤੇ ਸੌਖਾ ਹੁੰਦਾ ਹੈ, ਲੇਕਿਨ ਜਿਹੜਾ ਇਹ ਧਾਰੀ ਬੈਠਾ ਹੈ ਨਾ ਕਿ ਮੈਂ ਮਰ ਜਾਣਾ ਇਸ ਜੰਗ ਵਿੱਚ, ਉਹਦਾ ਮੁਕਾਬਲਾ ਕਰਨਾ ਬੜਾ ਮੁਸ਼ਕਲ ਹੈ। ਇੱਥੇ ਇੱਕ ਜ਼ਿਕਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੁਲਤਾਨੁਲ ਕੌਮ ਦਾ ਕਰਨਾ ਚਾਹੁੰਦਾ ਹੈ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਕਿਸੇ ਨੇ ਸਵਾਲ ਕੀਤਾ ਕਿ ਸਰਦਾਰ ਜੀ, ਉਹ ਬੜੀਆਂ ਜੰਗਾਂ ਵਿੱਚ ਆਪ ਜਾਂਦੇ ਹੋ, ਹਰ ਜੰਗ ਵਿੱਚ ਜਰਨੈਲਾਂ ਨੇ ਲੋਹੇ ਦੀ ਸੰਜੋਗ ਪਹਿਨੀ ਹੁੰਦੀ ਹੈ, ਤੁਹਾਨੂੰ ਕਦੀ ਕਿਸੇ ਸੰਜੋਗ ਵਿੱਚ ਮੜਿਆ ਨਹੀਂ ਵੇਖਿਆ। ਤੁਸੀਂ ਨੰਗੇ ਧੜ ਮੈਦਾਨੇ ਜੰਗ ਵਿੱਚ ਲੜਦੇ ਹੋ ਤੇ ਤੁਹਾਡੇ ਸਰੀਰ ਉੱਤੇ ਬੜੇ ਫੱਟ ਪੈਂਦੇ ਨੇ। 22-25 ਫੱਟ ਪਏ ਸਨ ਵੱਡੇ ਘੱਲੂਘਾਰੇ ਦੇ ਵਿੱਚ। ਸਰਦਾਰ ਜੱਸਾ ਸਿੰਘ ਆਹਲੂਵਾਲੀ ਦੇ ਸਰੀਰ 'ਚ ਸਭ ਤੋਂ ਜ਼ਿਆਦਾ 18 ਫੱਟ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਦੇ ਸਰੀਰ ਤੇ ਸਨ। ਔਰ ਇਹ ਫੱਟ ਕੋਈ ਛੋਟੇ ਮੋਟੇ ਨਹੀਂ, ਅੰਦਰੋਂ ਅੰਤੜੀਆਂ ਤੇ ਨਾੜੀਆਂ ਹੱਡੀਆਂ ਦਿਸਦੀਆਂ ਸਨ, ਏਡੇ ਏਡੇ ਤਲਵਾਰਾਂ ਦੇ ਵਾਰ ਸਨ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਜਵਾਬ ਦਿੱਤਾ ਕਿ ਮੈਂ ਹਰ ਲੜਾਈ ਦੇ ਮੈਦਾਨ ਵਿੱਚ ਸ਼ਹੀਦ ਹੋਣ ਵਾਸਤੇ ਮਨ ਬਣਾ ਕੇ ਆਉਂਦਾ ਹਾਂ। ਜੇ ਸੰਜੋਗ ਪਹਿਨ ਕੇ ਆਵਾਂਗਾ ਤੇ ਫਿਰ ਸ਼ਹਾਦਤ ਪ੍ਰਾਪਤ ਨਹੀਂ ਹੋਣੀ। ਇਹ ਉਸ ਅਕਾਲ ਪੁਰਖ ਦੀ ਦੇਣ ਹੈ ਕਿ ਉਹਨੇ ਅਜੇ ਮੈਨੂੰ ਪਤਾ ਨਹੀਂ ਕਿਹੜੀਆਂ ਲੜਾਈਆਂ ਦੇ ਵਿੱਚ ਪਰਖਣਾ ਹੈ, ਫਿਰ ਸ਼ਹਾਦਤ ਹੋਣੀ ਹੈ। ਜੇ ਮੈਂ ਸੰਜੋਗ ਪਹਿਨਾ ਫਿਰ ਸ਼ਹੀਦ ਨਹੀਂ ਹੋਣਾ, ਮੈਂ ਤੇ ਹਰ ਲੜਾਈ ਵਿੱਚ ਸ਼ਹੀਦ ਹੋਣ ਵਾਸਤੇ ਆਉਣਾ ਹੈ। ਅਨਹੋਣੀ ਚੀਜ਼ ਹੈ ਭਾਈ। ਜੋ
ਮਰ ਮਿਟਣ ਵਾਸਤੇ ਘਰੋਂ ਚੱਲ ਕੇ ਆਵੇ, ਉਹਦਾ ਮੁਕਾਬਲਾ ਕਰਨਾ ਬੜਾ ਔਖਾ ਹੋਇਆ ਕਰਦਾ ਹੈ। ਅੱਜ ਦੇ ਯੁੱਗ ਵਿੱਚ ਵੀ ਜਿਹੜੇ ਲੋਕ ਅਸੀਂ ਵੇਖਦੇ ਹਾਂ, ਖਬਰਾਂ ਪੜ੍ਹੀਦੀਆਂ ਨੇ ਕਿ ਮਨੁੱਖੀ ਬੰਬ ਬਣੇ ਤੇ ਉਹ ਆਪਦੇ ਛਾਤੀ ਨਾਲ ਬੰਬ ਬੰਨ ਕੇ ਉੱਥੇ ਛਾਲ ਮਾਰ ਗਏ ਤੇ ਕਿੰਨਿਆਂ ਨੂੰ ਮਾਰ ਗਏ। ਦੱਸੋ, ਜਿਹੜਾ ਮਰਨ ਵਾਸਤੇ ਘਰੋਂ ਛਾਤੀ ਨਾਲ ਬੰਬ ਬੰਨ ਕੇ ਆ ਗਿਆ, ਉਹਦਾ ਮੁਕਾਬਲਾ ਹੋਰ ਕੌਣ ਕਰ ਸਕਦਾ ਹੈ? ਉਹਨੂੰ ਕਿੱਥੇ ਰੋਕਿਆ ਜਾ ਸਕਦਾ ਹੈ? ਉਹਨੂੰ ਕਿੱਥੇ ਚੁੱਕਿਆ ਜਾ ਸਕਦਾ ਹੈ? ਉਹ ਤੇ ਮਰ ਚੁੱਕਿਆ ਹੈ। ਇਸ ਤਰ੍ਹਾਂ ਇੱਥੇ ਜਿਹੜੀ ਲੜਾਈ ਹੋ ਰਹੀ ਸੀ ਉਹ ਮਰ ਜੀਵੜਿਆਂ ਦੀ ਹੋ ਰਹੀ ਸੀ। ਇੱਕ ਪਾਸੇ ਖਾਲਸਾ ਆਪਦੀ ਆਨ ਸ਼ਾਨ ਤੇ ਉਹਦੀ ਨਮੂਜ ਨੂੰ ਬਰਕਰਾਰ ਰੱਖਣ ਲਈ ਕਲਗੀਆਂ ਵਾਲੇ ਦੇ ਚਰਨਾਂ ਵਿੱਚ ਜਾ ਕੇ ਸਥਾਨ ਲੈਣ ਵਾਸਤੇ, ਸ਼ਹੀਦ ਹੋਣ ਵਾਸਤੇ ਲੜ ਰਿਹਾ ਹੈ, ਉਹਦੇ ਗੁਰੂ ਦੀ ਸ਼ਾਨ ਵਾਸਤੇ ਲੜ ਰਿਹਾ। ਦੂਜੇ ਪਾਸੇ ਆਪਦਾ ਆਪ ਬਚਾ ਕਰਕੇ ਲੜ ਰਹੇ ਨੇ। ਜਦੋਂ ਲਖਪਤ ਰਾਏ ਸੁੱਖਾ ਸਿੰਘ ਹੱਥੋਂ ਮਰਦਾ ਮਰਦਾ ਬਚਿਆ, ਉਸ ਤੋਂ ਬਾਅਦ ਉਹਦੇ ਪੁੱਤਰ ਨੇ ਉਹਨੂੰ ਮੈਦਾਨ ਤੋਂ ਪਿੱਛੇ ਕਰ ਦਿੱਤਾ। ਫਿਰ ਲਖਪਤ ਰਾਏ ਦਾ ਬੇਟਾ, ਉਹਦਾ ਭਤੀਜਾ ਨਾਰ ਖਾਂ, ਫਿਰ ਹੋਰ ਸਾਰੇ ਜਰਨੈਲ ਅੱਗੇ ਹੋ ਕੇ ਬੜੇ ਡਟ ਕੇ ਲੜਨੇ ਸ਼ੁਰੂ ਹੋਏ। ਦੂਜੇ ਪਾਸੇ ਸਿੰਘਾਂ ਨੇ ਵੀ ਉਹਨਾਂ ਦੇ ਆਹ ਲਾ ਛੁੱਟੇ। ਇੱਥੇ ਆ ਕੇ ਇੱਕ ਘੋੜ ਸਵਾਰ ਨੇ ਖਬਰ ਦਿੱਤੀ ਕਿ ਯਹੀਆ ਖਾਨ ਦਾ ਭਰਾ, ਜੋ ਉਸ ਵੇਲੇ ਮੁਲਤਾਨ ਦਾ ਸੂਬੇਦਾਰ ਬਣਿਆ ਸੀ, ਸ਼ਾਹ ਨਵਾਜ਼ ਖਾਨ, ਉਹਦਾ ਦੀਵਾਨ ਕੌੜਾ ਮੱਲ, ਉਹ ਇੱਕ ਵੱਡੀ ਭਾਰੀ ਫੌਜ ਲੈ ਕੇ ਅਦੀਨਾ ਬੇਗ ਦੀ ਮਦਦ ਨਾਲ ਸਿੰਘਾਂ ਦੀ ਸਹਾਇਤਾ ਵਾਸਤੇ ਆ ਰਹੇ, ਕਿਉਂਕਿ ਅਦੀਨਾ ਬੇਗ ਦੇ ਨਾਲ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦਾ ਚੰਗਾ ਲਿਹਾਜ਼ ਸੀ। ਤੇ ਦੂਜੇ ਪਾਸੇ ਜਿਹੜਾ ਸ਼ਾਹ ਨਵਾਜ਼ ਸੀ, ਉਹ ਇੱਕ ਮੌਕੇ ਦੀ ਭਾਲ ਵਿੱਚ ਸੀ ਕਿ ਯਹੀਆ ਖਾਨ ਕੋਲੋਂ ਕੋਈ ਐਸਾ ਮੌਕਾ ਬਣੇ ਕਿ ਮੈਂ ਲਾਹੌਰ ਖੋਹ ਲਵਾਂ। ਲਾਹੌਰ ਦੂਜੇ ਪਾਸੇ ਕੌੜਾਮਲ ਜਿਹੜਾ ਸੀ, ਉਹਦੀ ਵੀ ਕੋਈ ਇਸ ਤਰ੍ਹਾਂ ਦੀ ਜਿੱਦਬਾਜੀ ਸੀ ਜੋ ਲਖਪਤ ਰਾਏ ਪਰਿਵਾਰ ਨਾਲ ਚੱਲਦੀ ਆ ਰਹੀ ਸੀ। ਇੱਥੇ ਜਦੋਂ ਇਹਨਾਂ ਨੇ ਵੇਖਿਆ ਕਿ ਇੱਕ ਪਾਸੇ ਸਿੰਘ ਸਾਡਾ ਮੁਕਾਬਲਾ ਬੜੇ ਜ਼ੋਰ ਨਾਲ ਕਰ ਰਹੇ ਨੇ, ਜੇ ਅਗਰ ਐਨ ਮੌਕੇ ਦੇ ਉੱਤੇ ਸ਼ਾਹ ਨਵਾਜ਼ ਆ ਪਿਆ ਤੇ ਸਾਡਾ ਖੋਰਾ ਖੋਜ ਮਿਟਾ ਦੇਗਾ, ਅਸੀਂ ਇਹਨਾਂ ਦਾ ਮਿਟਾਉਣ ਆਏ, ਅਸੀਂ ਆਪ ਦਾ ਮਿਟਾ ਲਾਂਗੇ। ਇਸ ਕਰਕੇ ਲਖਪਤ ਰਾਏ ਨੇ ਇੱਕਦਮ ਫੌਜ ਨੂੰ ਜੰਗ ਬੰਦ ਕਰਨ ਦਾ ਹੁਕਮ ਦਿੱਤਾ। ਜੰਗ ਬੰਦ ਹੋਣ ਦੀ ਦੇਰ ਸੀ, ਖਾਲਸਿਆਂ ਨੂੰ ਅੱਗੇ ਨਿਕਲਣ ਦਾ ਮੌਕਾ ਮਿਲ ਗਿਆ। ਸਿੰਘ ਆਉਦੀ ਵਜ਼ੀਰ ਨੂੰ ਬਚਾਉਂਦੇ ਬਚਾਉਂਦੇ ਰਾਵੀ ਦੇ ਕੰਢੇ ਕੰਢੇ ਅੱਗੇ ਵਧਣਾ ਸ਼ੁਰੂ ਹੋਏ। ਇੱਥੋਂ ਲਖਪਤ ਰਾਏ ਨੇ ਆਪਦੇ ਪੁੱਤਰ ਦੀ, ਆਪਦੇ ਭਤੀਜੇ ਦੀ ਔਰ ਯਹੀਆ ਖਾਨ ਦੇ ਪੁੱਤਰ ਨਾਰ ਖਾਨ ਦੀ ਲਾਸ਼ ਨੂੰ ਗੱਡੇ ਤੇ ਲਦਾਇਆ। ਇੱਥੋਂ ਤੱਕ ਉਹਨੂੰ ਪਤਾ ਲੱਗ ਗਿਆ ਕਿ ਇਹਨਾਂ ਦੀਆਂ ਸ਼ਹਾਦਤਾਂ ਹੋ ਗਈਆਂ ਨੇ। ਉਧਰੋਂ ਸ਼ਾਹ ਨਵਾਜ਼ ਦੇ ਹਮਲੇ ਦੀ ਖਬਰ ਆ ਗਈ, ਇਧਰੋਂ ਆਪਦਾ ਸਾਰਾ ਕੁਛ ਹੀ ਮਾਰਿਆ ਗਿਆ, ਪੁੱਤਰ ਵੀ ਮਾਰਿਆ ਗਿਆ, ਭਤੀਜਾ ਵੀ ਮਾਰਿਆ ਗਿਆ, ਭਰਾ ਪਹਿਲਾਂ ਮਾਰਿਆ ਗਿਆ ਸੀ। ਪਰਿਵਾਰ ਵਿੱਚੋਂ ਲਖਪਤ ਰਾਏ ਹੁਣ ਇਕੱਲਾ ਬਚ ਗਿਆ ਸੀ। ਹੁਣ ਕਿਹਦੇ ਲਈ ਲੜਨਾ ਸੀ ਤੇ ਕਾਹਦੇ ਲਈ ਲੜਨਾ ਸੀ? ਕਿਹੜੀਆਂ ਜਿੱਦਾਂ ਸੀ? ਖਾਲਸੇ ਨਾਲ ਟਕਰਾਉਣ ਨਾਲ ਰਹਿਣਾ ਕੀ ਸੀ? ਉਹ ਗੁਰੂ ਦੇ ਸੱਚੇ ਸੁੱਚੇ ਖਾਲਸੇ, ਉਹ ਗੁਰੂ ਨੂੰ 24 ਘੰਟੇ ਯਾਦ ਕਰਨ ਵਾਲੇ, ਗੁਰੂ ਦਾ ਅਕਾਲ ਪੁਰਖ ਦਾ ਪਾਠ ਕਰਨ ਵਾਲੇ, ਉਹਦੇ ਭਾਣੇ 'ਚ ਰਹਿਣ ਵਾਲੇ, ਨੰਗੇ ਧੜ ਭੁੱਖੇ ਨੰਗੇ ਲੜਨ ਵਾਲੇ, ਉਹਨਾਂ ਦੇ ਨਾਲ ਕੁਦਰਤ ਖਲੋ ਕੇ ਆਪ ਸਾਥ ਦੇ ਰਹੀ ਸੀ। ਇੱਕ ਪਾਸੇ ਜ਼ਾਲਮਾਨਾ ਹਕੂਮਤ, ਇੱਕ ਪਾਸੇ ਕੁਦਰਤ ਖਲੋਤੀ ਸੀ। ਫਿਰ ਜਿੱਤ ਕਿਹਦੀ ਹੋਣੀ ਸੀ? ਕੁਦਰਤ ਦੀ ਹੋਣੀ ਸੀ ਨਾ। ਲਖਪਤ ਰਾਏ ਨੇ ਮਾਰੇ ਗਏ ਸਿੰਘਾਂ ਦੇ ਸਿਰ ਲਾ ਲਏ, ਉਹਨਾਂ ਦੇ ਗੱਡੇ ਭਰੇ, ਕੁਛ ਜਿਉਂਦੇ ਜ਼ਖਮੀ ਤੇ ਭੁੱਖ ਨਾਲ ਡਿੱਗੇ ਪਏ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਹ ਲੈ ਕੇ ਪਿੱਛੇ ਲਾਹੌਰ ਨੂੰ ਕੂਚ ਕੀਤਾ। ਕਹਿੰਦੇ ਨੇ ਕਿ ਰੋਂਦਾ ਕੁਰਲਾਉਂਦਾ ਲਖਪਤ ਰਾਏ ਸਿੰਘਾਂ ਦਾ ਖੋਰਾ ਖੋਜ ਮਟਾਉਣ ਨਿਕਲਿਆ, ਰੋਂਦਾ ਕਰਾਉਂਦਾ ਢਾਈ ਮਾਰਦਾ ਵਾਪਸ ਲਾਹੌਰ ਪਰਤਿਆ। ਤੇ ਜਦੋਂ ਪਰਿਵਾਰ 'ਚ ਪਹੁੰਚਿਆ ਤੇ ਉਹਦੇ ਪਰਿਵਾਰ ਦੀਆਂ ਉਹਨਾਂ ਬੀਬੀਆਂ ਨੇ ਜਦੋਂ ਉਹਨੂੰ ਸਵਾਲ ਕੀਤੇ ਕਿ ਉਹ ਇੱਕ ਜਸਪਤ ਸੀ, ਉਹ ਵੀ ਤੇਰੇ ਕਰਕੇ ਮਾਰਿਆ ਗਿਆ, ਤੂੰ ਉਹਨੂੰ ਸੁਨੇਹਾ ਘੱਲਿਆ ਸੀ ਨਾ ਕਿ ਸਿੱਖਾਂ ਦਾ ਕਤਲ ਕਰ, ਉਹ ਤੇਰੇ ਬਾਹੂ 'ਚ ਮਾਰਿਆ ਗਿਆ। ਅੱਜ ਤੇਰਾ ਪੁੱਤਰ ਤੇ ਜਸਪਤ ਦਾ ਪੁੱਤਰ ਵੀ ਮਾਰੇ ਗਏ। ਅੱਜ ਸਾਰੇ ਖਾਨਦਾਨ ਨੂੰ ਤੂੰ ਖਾ ਲਿਆ, ਤੂੰ ਸਮੇਟ ਲਿਆ, ਤੂੰ ਕੁੱਲ ਘਾਤੀ ਏ।
इस तरह ਦੀਆਂ ਲਾਹਨਤਾਂ ਅੱਜ ਲਖਪਤ ਰਾਏ ਨੂੰ ਆਪਦੇ ਘਰ ਉਹਦੇ ਪਰਿਵਾਰ ਚੋਂ ਵੀ ਪੈ ਗਈਆਂ। ਗੁੱਸੇ ਵਿੱਚ ਆਏ ਹੋਏ ਯਹੀਆ ਖਾਨ ਨੇ ਵੀ ਆਖਿਆ, ਲਖਪਤ ਮੇਰੇ ਮੱਥੇ ਨਾ ਲੱਗ, ਮੇਰੇ ਪੁੱਤਰ ਦਾ ਕਾਤਲ ਹੈ ਤੂੰ। ਇੰਨੇ ਨੂੰ ਸ਼ਾਹ ਨਵਾਜ਼ ਨੇ ਹਮਲਾ ਕਰ ਦਿੱਤਾ ਔਰ ਲਖਪਤ ਰਾਏ ਤੇ ਯਹੀਆ ਖਾਨ ਦੋਵੇਂ ਗ੍ਰਿਫਤਾਰ ਕਰ ਲਏ ਗਏ। ਇਧਰੋਂ ਖਾਲਸੇ ਰਾਵੀ ਦੇ ਕੰਢੇ ਕੰਢੇ ਬਰੇਟੇ ਤੇ ਟੁਰਨੇ ਸ਼ੁਰੂ ਹੋਏ। ਤੱਤੀ ਰੇਤਾ ਜੂਨ ਦਾ ਮਹੀਨਾ ਹੈ, ਪੈਰਾਂ ਤੇ ਕੋਈ ਢੰਗ ਦੀ ਜੁੱਤੀ ਨਹੀਂ। ਕਹਿੰਦੇ ਨੇ ਕਿ ਰੁੱਖਾਂ ਦੇ ਕਿਤੇ ਕਿਤੇ ਰੁੱਖ ਆਉਂਦੇ ਨੇ ਤੇ ਰੁੱਖਾਂ ਦੇ ਪੱਤੇ ਤੋੜ ਕੇ ਤੇ ਆਪਦੇ ਸਰੀਰ ਦੇ ਉੱਤੇ ਜਿਹੜੇ ਤਨ ਤੇ ਕੱਪੜੇ ਸੀ, ਆਪਦੇ ਸਿਰ ਤੇ ਜਿਹੜੇ ਪਰਨੇ ਸੀ, ਉਹਨਾਂ ਦੀਆਂ ਲੀਰਾਂ ਪਾੜ ਪਾੜ ਕੇ ਪੈਰਾਂ ਦੇ ਥੱਲੇ ਬੰਨ ਕੇ ਕੁਛ ਦੂਰੀ ਤੈਅ ਕਰਦੇ ਸਨ। ਬੱਚਿਆਂ ਨੂੰ ਗੱਲ ਨਾਲ ਲਾ ਕੇ ਚੁੱਕਦੇ ਸਨ ਤੇ ਘੋੜਿਆਂ ਦੇ ਸਵਾਰ ਨਹੀਂ ਸਨ ਹੁੰਦੇ, ਘੋੜਿਆਂ ਨੂੰ ਵਰਚਾ ਕੇ ਨਾਲ ਤੋੜਦੇ ਸਨ। ਘੋੜੇ ਇੰਨੇ ਕਮਜ਼ੋਰ ਹੋ ਚੁੱਕੇ ਸਨ ਕਿ ਘੋੜੇ ਉੱਤੇ ਜੇ ਕੋਈ ਸਵਾਰ ਬਹਿ ਜਾਏ ਤੇ ਘੋੜਾ ਡਿੱਗ ਪੈਂਦਾ ਸੀ। ਆਪਦੇ ਪ੍ਰਾਣ ਤੋਂ ਪਿਆਰੇ ਦੋਸਤ ਮਿੱਤਰ ਘੋੜੇ ਨੂੰ ਜਾਨ ਦੇ ਰਾਖੇ ਨੂੰ ਛੱਡ ਕੇ ਵੀ ਨਹੀਂ ਸੀ ਜਾਣਾ ਚਾਹੁੰਦੇ। ਬਹੁਤ ਸਾਰੇ ਘੋੜੇ ਬੇਵੱਸ ਹੋਏ ਜਿਨ੍ਹਾਂ ਨੂੰ ਉੱਥੇ ਛੱਡਿਆ ਗਿਆ। ਔਰ ਇੱਕ ਚੀਜ਼ ਇੱਥੇ ਹੋਰ ਕਹਿਣ ਵਾਲੀ ਹੈ ਕਿ ਜਿੱਥੇ ਬੱਦੋ ਕੇ ਕਿਸਾਈਆਂ ਦੀ ਝੜੀ ਹੈ, ਉੱਥੇ ਵੀ ਘੋੜਿਆਂ ਦਾ ਸੰਸਕਾਰ ਵੀ ਕੀਤਾ ਗਿਆ ਤੇ ਇੱਥੇ ਵੀ ਘੋੜਿਆਂ ਦਾ ਕੀਤਾ ਗਿਆ। ਘੋੜਿਆਂ ਨੂੰ ਬਰਾਬਰਤਾ ਦਿੱਤੀ ਗਈ। ਇਹ ਰਾਵੀ ਦੇ ਬਰੇਟੇ ਥਾਂ ਤੁਰਦੇ ਤੁਰਦੇ ਕਈਆਂ ਮਹੀਨਿਆਂ ਬਾਅਦ ਸਿੰਘ ਟਿਕਾਣਿਆਂ ਤੇ ਪਹੁੰਚੇ ਤੇ ਇਸ ਮੈਦਾਨੀ ਜੰਗ ਵਿੱਚ ਕੁਝ ਸੜ ਕੇ ਸ਼ਹੀਦ ਹੋਏ, ਕੁਝ ਪਹਾੜੀ ਇਲਾਕੇ ਦੀਆਂ ਗੋਲੀਆਂ 'ਚ ਸ਼ਹੀਦ ਹੋਏ, ਕੁਝ ਆਮੋ ਸਾਹਮਣੀ ਟੱਕਰ ਵਿੱਚ ਸ਼ਹੀਦ ਹੋਏ ਦੀ ਅਠਾ ਗਿਣਤੀ ਕਹਿੰਦੇ ਨੇ ਕਿ ਉਹ 12,000 ਬਣਦੀ ਹੈ। 3,000 ਜ਼ਖਮੀ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਲਿਆ ਕੇ ਨਿਕਾਸ ਚੌਂਕ ਦੇ ਵਿੱਚ ਸ਼ਹੀਦ ਕੀਤਾ ਗਿਆ। ਕੁੱਲ ਗਿਣਤੀ ਇਸ ਘੱਲੂਘਾਰੇ ਵਿੱਚ ਸਿੱਖਾਂ ਦੀ 15,000 ਦਿੱਤੀ ਗਈ ਹੈ ਤੇ 7,500 ਸਿੰਘਾਂ ਦੀ ਇਹਨਾਂ ਦੀ ਫੌਜ ਵੀ ਮਾਰੀ ਗਈ ਹੈ। ਇਸ ਕਰਕੇ ਇਸ ਘੱਲੂਘਾਰੇ ਨੂੰ ਛੋਟੇ ਘੱਲੂਘਾਰੇ ਦਾ ਨਾਮ ਦਿੱਤਾ ਗਿਆ ਹੈ। ਇੱਥੇ ਜੋ ਕੁਝ ਸਿੰਘਾਂ ਨੇ ਹੌਸਲਾ ਤੇ ਜੁਰਤਬੰਦੀ ਵਿਖਾਈ ਹੈ, ਇਹਦੀ ਮਿਸਾਲ ਪੂਰੀ ਦੁਨੀਆ ਵਿੱਚ ਕਿਤੇ ਨਹੀਂ ਮਿਲਦੀ। ਇੱਥੇ ਉਹਨਾਂ ਨੂੰ ਦਾਤ ਦੇਣੀ ਬਣਦੀ ਹੈ। ਇਸ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ। ਦਾਸ ਨੇ ਆਪਦੇ ਵੱਲੋਂ ਆਪ ਜੀ ਦੇ ਸਾਹਮਣੇ ਕੋਸ਼ਿਸ਼ ਕੀਤੀ ਹੈ ਵੱਧ ਤੋਂ ਵੱਧ ਖੋਜ ਕਰਕੇ। ਜੇ ਕੋਈ ਕਮੀਆਂ ਰਹਿ ਗਈਆਂ ਹੋਣਗੀਆਂ ਉਹਦੀ ਆਪ ਜੀ ਤੋਂ ਪਹਿਲਾਂ ਹੱਥ ਜੋੜ ਕੇ ਮਾਫੀ ਮੰਗ ਲੈਂਦਾ ਹਾਂ। ਮੈਂ ਭੁੱਲ ਸਕਦਾ ਹਾਂ, ਆਪ ਬਖਸ਼ੰਦ ਹੋ ਗੁਰੂ ਕੀ ਸੰਗਤ, ਮਾਫ ਕਰਿਓ ਤੇ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਅੱਗੇ ਤੋਂ ਅੱਗੇ ਵਾਇਰਲ ਕਰੋ ਤਾਂ ਕਿ ਸਾਡੇ ਨੌਜਵਾਨਾਂ ਤੱਕ ਇਹ ਸਾਡੀ ਲੋਹ ਪੂਜੀ ਦਾਸਤਾਨ ਪਹੁੰਚੇ ਤੇ ਉਹਨਾਂ 'ਚ ਜੋਸ਼ ਭਰੇ ਕਿ ਅਸੀਂ ਕਿਹਨਾਂ ਵਿੱਚੋਂ ਹਾਂ ਤੇ ਅਸੀਂ ਕੀ ਹਾਂ, ਸਾਡੀ ਹੈਸੀਅਤ ਕੀ ਹੈ। ਅਸੀਂ ਸਾਡੇ ਵੱਡ ਵਡੇਰਿਆਂ ਨੇ ਕਿੱਡੀਆਂ ਕੁਰਬਾਨੀਆਂ ਕੀਤੀਆਂ ਨੇ ਔਰ ਹੌਸਲੇ ਨਹੀਂ ਆ ਰਹੇ। ਇਸ ਕਰਕੇ ਸਾਨੂੰ ਵੀ ਹੌਸਲੇ ਪੱਥ ਰੱਖਣੇ ਚਾਹੀਦੇ, ਹਿੰਮਤ ਰੱਖਣੀ ਚਾਹੀਦੀ ਹੈ। ਇੱਥੇ ਹੀ ਸਮਾਪਤੀ ਹੈ। ਇੱਕ ਵਾਰੀ ਫਿਰ ਉਸ ਪਰਮਾਤਮਾ ਅੱਗੇ ਬੇਨਤੀ ਕਰਾਂਗਾ ਕਿ ਦੁਬਾਰਾ ਤੋਂ ਫਿਰ ਜ਼ੋਰ ਫੜ ਗਿਆ ਕਰੋਨਾ ਵਾਇਰਸ ਨੂੰ ਖਤਮ ਕਰੇ ਤੇ ਮਨੁੱਖ ਤੋਂ ਹੋਈ ਗਲਤੀ ਮਾਫ ਕਰੇ ਕਿ ਅਬ ਕੀ ਬਾਰ ਬਖਸ਼ ਬੰਦੇ ਨੂੰ ਤੇ ਮਨੁੱਖਾਂ ਨੂੰ ਵੀ ਕੁਦਰਤ ਨਾਲ ਛੇੜਛਾੜ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਕਰਕੇ ਤਾਂ ਹੀ ਆਪਾਂ ਚੱਲ ਸਕਦੇ ਹਾਂ। ਉਹ ਪਰਿਪੂਰਨ ਪਰਮਾਤਮਾ ਫਿਰ ਤੋਂ ਕਰੋਨਾ ਵਾਇਰਸ ਨੂੰ ਖਤਮ ਕਰਕੇ ਆਪਦੀ ਬਣਾਈ ਹੋਈ ਇਸ ਦੁਨੀਆ ਨੂੰ ਫਿਰ ਤੋਂ ਉਸ ਤੇਜ਼ ਰਫ਼ਤਾਰ ਵਿੱਚ ਚੱਲਣ ਦੀ ਫਿਰ ਬਲ ਬਖਸ਼ੇ ਤੇ ਸਾਰੇ ਖੁਸ਼ੀਆਂ ਮਾਣਨ। ਹਰ ਬੰਦਾ ਆਪਦੇ ਪਰਿਵਾਰ ਵਿੱਚ ਖੁਸ਼ ਰਹੇ, ਖੁਸ਼ੀਆਂ ਪੂਰੀਆਂ ਕਰਕੇ ਇਸ ਦੁਨੀਆ ਤੋਂ ਰੁਖਸਤ ਹੋਏ, ਉਸ ਦੇ ਪਾਣੀ ਵਿੱਚ ਰਹੇ, ਉਸ ਦੀ ਰਜਾ ਵਿੱਚ ਰਹੇ। ਉਹ ਆਪ ਉਹਦੇ ਸਿਰ ਤੇ ਹੱਥ ਰੱਖ ਕੇ ਪੂਰੀ ਦੁਨੀਆ ਦਾ ਸਰਬਸ ਦਾ, ਪੂਰੇ ਸੰਸਾਰ ਦੀ ਰੱਖਿਆ ਕਰੇ। ਦਾਸ ਦੀ ਇਹੀ ਬੇਨਤੀ ਨੂੰ ਪ੍ਰਵਾਨ ਕਰੋ। ਫਿਰ ਇੱਕ ਵਾਰੀ ਜੇ ਕੋਈ ਗਲਤੀ ਹੈ ਤੇ ਮਾਫ ਕਰਨਾ। ਇੱਥੇ ਹੀ ਸਮਾਪਤੀ ਹੈ। ਇੱਕ ਵਾਰੀ ਫੇਰ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।